कर जोड़ी श्री हरि कृष्ण मनाओ बहोरी। गुरु तेग बहादुर परम कृपाला परम कृपाला। गुरु गोबिंद सिंह बिसाला। जिसमें है अमृत ज्ञान है माणक भगत बैराग। गुरु ग्रंथ साहिब उदत बंदो कर अनुराग। एक अंकारा सतगुरु जेह प्रसाद सच होए। वाहिगुरु जी की फतेह है विघ्न विनाशन सोए। वाहिगुरु जी का खालसा वाहिगुरु जी की फतेह। चौपई को न कही उन साची बात झूठ कहो उन समझ सो कात। जिस वेले अख्तर लोनी मिस्टर अख्तर लोनी he was the writer from the Maharani Queen Victoria ਜਿਹੜਾ ਭਾਰਤ ਦੇਸ਼ ਦੇ ਵਿੱਚ ਭੇਜਿਆ ਗਿਆ ਸੀ ਕਿ ਜਾ ਕੇ ਸਿੱਖਾਂ ਦਾ ਇਤਿਹਾਸ ਲਿਖੋ। ਤੇ ਉਹਨੇ ਬਹਾਦਰ ਸ਼ਾਹ ਦੇ ਪਿਤਾ ਨੂੰ ਪੁੱਛਿਆ ਬਹਾਦਰ ਸ਼ਾਹ ਜ਼ਫਰ ਦੇ ਕਿ ਸਿੱਖ ਕੌਣ ਨੇ। ਤੇ ਬਹਾਦਰ ਸ਼ਾਹ ਨੇ ਸਿੱਖਾਂ ਨਾਲ ਫਿਰ ਦਗਾ ਕਮਾਇਆ, ਜੰਗ ਦੇ ਮੈਦਾਨ ਦੇ ਵਿੱਚ ਤੇ ਦਗਾ ਕਮਾਇਆ, ਹੋਰ ਹਰ ਪਾਸੇ ਸਿੱਖਾਂ ਦੇ ਨਾਲ ਉਹਨਾਂ ਨੇ ਭੈੜੀ ਬਿਰਤੀ ਅਪਣਾਈ। ਪਰ ਅਸਲ ਦੇ ਵਿੱਚ ਜਦ ਗੱਲ ਇਤਿਹਾਸ ਲਿਖਣ ਦੀ ਆਈ, ਨਾ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਬਾਰੇ ਦੱਸਿਆ, ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬੜੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ। ਨਾ ਗੁਰੂ ਤੇਗ ਬਹਾਦਰ ਸਾਹਿਬ ਦੇ ਤਿੰਨ ਸਿੱਖਾਂ ਦੀ ਸ਼ਹਾਦਤ, ਮਤੀ ਦਾਸ ਜੀ, ਸਤੀ ਦਾਸ ਜੀ, ਭਾਈ ਦਇਆਲਾ ਜੀ, ਕਿਵੇਂ ਕਿੰਨੇ ਜ਼ੁਲਮ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਕਿ ਰੱਤਾ ਰੱਤਾ ਬੋਟਾ ਬੋਟਾ ਵੀ ਕਰ ਦਿੱਤਾ ਗਿਆ, ਤਾਂ ਵੀ ਸਿੱਖੀ ਨਹੀਂ ਖਤਮ ਹੋਈ, ਤਾਂ ਵੀ ਇਹਨਾਂ ਦੇ ਅੰਦਰ ਜਿਹੜੀ ਸਪਿਰਿਟ ਹੈ ਉਹਨੂੰ ਕੋਈ ਖਤਮ ਨਹੀਂ ਕਰ ਸਕਿਆ। ਸਰੀਰ ਤੇ ਮਾਰ ਦਿੱਤਾ ਗਿਆ ਪਰ ਇਹਨਾਂ ਦੇ ਅੰਦਰ ਜਿਹੜਾ ਜਜ਼ਬਾ ਹੈ ਉਹਨੂੰ ਕੋਈ ਨਾ ਮਾਰ ਸਕਿਆ। 1.25 ਲੱਖ ਸੇ ਏਕ ਲੜਾਊਂ ਤਬਹਿ ਗੋਬਿੰਦ ਸਿੰਘ ਨਾਮ ਕਹਾਉਂ ਵਾਲੇ ਨੇ ਕਹਿੰਦੇ ਉਹਨੇ ਝੂਠ ਬੋਲਿਆ ਤੇ ਝੂਠ ਕਹਿਓ ਉਹਨੇ ਸਮਝ ਸੁਘਾਤ। ਕਹਿੰਦੇ ਸਮਝ ਆ ਗਈ ਉਹਨੇ ਝੂਠ ਕਿਉਂ ਬੋਲਿਆ, ਉਹਨੇ ਬਸ ਬਦਲਾ ਹੀ ਲਿਆ ਸਿੱਖਾਂ ਨਾਲ, ਕਿਉਂਕਿ ਜੰਗ ਦੇ ਮੈਦਾਨ ਦੇ ਵਿੱਚ 10 ਲੱਖ ਦੀ ਫੌਜ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਹਰਾ ਸਕੀ। ਜੰਗ ਦੇ ਮੈਦਾਨ ਦੇ ਵਿੱਚ 10 ਲੱਖਾਂ ਦਾ ਘੇਰਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਨਹੀਂ ਮਾਰ ਸਕਿਆ। ਔਰ ਇੱਥੋਂ ਤੱਕ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ 10 ਲੱਖਾਂ ਦੇ ਘੇਰੇ ਵਿੱਚ ਇਉਂ ਨਿਕਲ ਕੇ ਆਏ ਨੇ ਜਿਵੇਂ ਮੱਖਣ ਵਿੱਚੋਂ ਵਾਲ ਖਿੱਚ ਲਿੱਤਾ ਜਾਂਦਾ ਹੈ। ਕਿ ਇਸ ਤਰ੍ਹਾਂ ਨਾ ਕਤਰਾ ਮਰਾ ਏਤਬਾਰੇ ਬਰੂਸ। ਕਹਿੰਦੇ ਮੇਰਾ ਤੇ ਬਿਲਕੁਲ ਐਤਬਾਰ ਨਹੀਂ ਸੀ ਔਰੰਗਜ਼ੇਬ ਤੇਰੀ ਨਜ਼ਰ ਤੇਰੀ ਖਾਦੀ ਹੋਈ ਕਸਮ ਤੇ, ਪਰ ਫਿਰ ਵੀ ਜਿਹੜੀ ਤੂੰ ਕੁਰਾਨ ਭੇਜੀ ਸੀ ਨਾ ਕਿ ਘਰ ਆਈ ਦੌਲਤ ਕੋ ਠੁਕਰਾਇਆ ਨਹੀਂ ਦਾਤਾ, ਬਸ ਉਸ ਕੁਰਾਨ ਉਸ ਧਰਮ ਪੁਸਤਕ ਦੇ ਕਰਕੇ ਮੈਂ ਤੇਰੇ ਉੱਤੇ ਕਿਉਂਕਿ ਖੁਦਾ ਦਾ ਵਾਸਤਾ ਪਾਤਾ ਤੂੰ, ਤੇ ਖੁਦਾ ਦੇ ਵਾਸਤੇ ਗੁਰੂ ਨਾਨਕ ਸਾਹਿਬ ਦੇ ਘਰ 'ਚ ਭਾਵੇਂ ਜਾਨ ਲੈ ਲਓ ਭਾਵੇਂ ਸਿਰ ਲੈ ਲਓ। ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਤੇਰੇ 10 ਲੱਖ ਦੇ ਘੇਰੇ, ਕਹਿੰਦੇ ਮੇਰੇ ਇੱਕ ਵਾਲ ਕੀ ਇੱਕ ਰੋਮ ਨੂੰ ਵਿੰਗਾ ਨਾ ਕਰ ਸਕੇ ਤੇਰੀ 10 ਲੱਖ ਦੀਆਂ ਫੌਜਾਂ। ਇਹ ਨਹੀਂ ਦੱਸ ਸਕਿਆ ਕਿ 10 ਲੱਖਾਂ ਦਾ ਘੇਰਾ ਕੁਝ ਨਹੀਂ ਖਤਮ ਕਰ ਸਕਿਆ। ਫਿਰ ਇਹ ਨਹੀਂ ਦੱਸ ਸਕਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਆ ਕੇ ਫਿਰ ਭਾਜੜਾਂ ਪਵਾਈਆਂ ਬਹਾਦਰ ਸ਼ਾਹ ਨੂੰ। ਇਹ ਨਹੀਂ ਦੱਸ ਸਕਿਆ ਕਿ ਕਿਸ ਤਰ੍ਹਾਂ ਕੁਤੁਬਦੀਨ ਔਰ ਜਿੰਨੇ ਹੋਏ ਨੇ ਪਹਿਲਾਂ ਵਾਹਿਗੁਰੂ, ਅਬਦੂ ਸਮਦ ਖਾਂ, ਜ਼ਕਰੀਆ ਖਾਂ, ਮੀਰ ਮੰਨੂ, ਅਬਦਾਲੀ, ਨਾਦਰ, ਜੇ ਇਹਨਾਂ ਨੂੰ ਕਿਸੇ ਨੇ ਭਾਜੜਾ ਪਵਾਈਆਂ ਤੇ ਸਿੱਖਾਂ ਨੇ ਪਵਾਈਆਂ। ਹੁਣ ਇਹ ਸੀ ਅੰਦਰ ਅੱਗ ਕਿ ਜਿਸ ਤਰ੍ਹਾਂ ਸਿੱਖਾਂ ਨੂੰ ਨਾ ਜੰਗ ਦੇ ਮੈਦਾਨ ਵਿੱਚ ਜਿੱਤ ਸਕੇ, ਕਹਿੰਦੇ ਹੁਣ ਇਹਨਾਂ ਦੀ ਬਦਨਾਮੀ ਕਰ ਦਈਏ। ਕਹਿੰਦੇ ਘਾਤ ਕਹਿੰਦੇ ਨੇ ਧੋਖਾ ਦਿੱਤਾ ਜੀ। ਜਿਮ ਉਨ ਕਹਿਓ ਤਿਮ ਜਰਨੈਲ ਲਿਖ ਲੈ ਧਰਿਓ ਸੱਚ ਝੂਠ ਤਵ ਨਾਹੀਂ ਵਿਚਰਿਓ। ਇਹ ਨਾਮ ਚੇਤੇ ਰੱਖਣ ਵਾਲਾ ਹੈ ਮਿਸਟਰ ਐਕਟਰ ਲੋਨੀ ਉਹਦਾ ਨਾਮ ਹੈ। ਪੰਜਾਬੀ 'ਚ ਉਹਨੂੰ ਅਖਤਰ ਲੋਨੀ ਲਿਖਿਆ ਗਿਆ, ਜਿਹਨੇ ਸਿੱਖਾਂ ਬਾਰੇ ਗਲਤ ਇਤਿਹਾਸ ਲਿਖਣਾ ਸ਼ੁਰੂ ਕਰ ਦਿੱਤਾ ਸੀ। ਸਿੱਖਾਂ ਦਾ ਉਹਨੇ ਕਿਉਂਕਿ ਉਹਨੂੰ ਵਿਚਾਰੇ ਨੂੰ ਕੀ ਪਤਾ ਕਿ ਕੀ ਹੈ, ਉਹਨੂੰ ਤੇ ਇਹ ਲੱਗਿਆ ਕਿ ਇੱਥੇ ਦੇਸ਼ ਤੇ ਰਾਜ ਬਹਾਦਰ ਸ਼ਾਹ ਜ਼ਫਰ ਦੇ ਬਾਪ ਦਾ, ਤੇ
ਤੇ ਜੋ ਦੱਸੇਗਾ ਉਹ ਸੱਚ ਦੱਸੇਗਾ। ਜਿਮ ਉਨ ਕਹਿਓ ਤਿਨ ਜਰਨੈਲ ਲਿਖ ਧਰਿਓ। ਅਖਤਰ ਲੋਨੀ ਨੇ ਲਿਖ ਲਿਆ, ਸੱਚ ਝੂਠ ਤਬ ਨਹਿ ਵਿਚਰਿਓ। ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਕਿ ਇਹ ਸਿੱਖ ਹੈ ਕੌਣ। ਵਾਹ ਵਾਸਤਾ ਨਹੀਂ ਪਤਾ, ਪੁਰਾਣਾ ਇਤਿਹਾਸ ਨਹੀਂ ਪਤਾ। ਇਹ ਨਹੀਂ ਪਤਾ ਕਿ ਜਿੰਨਾ ਇਹਨਾਂ ਦੇ ਨਾਲ ਧੱਕਾ ਕਰੋਗੇ ਇਹ ਉਨਾ ਧੱਕਾ ਜਰ ਕੇ ਫਿਰ ਇਹਨਾਂ ਨੇ ਆਪਣੇ ਝੰਡੇ ਗੱਡਨੇ ਨੇ। ਇਹਨਾਂ ਨੇ ਇੱਕ ਵਾਰੀ ਨਹੀਂ ਕਿੰਨੀ ਵਾਰੀ ਦਿੱਲੀ ਫਤਿਹ ਕੀਤੀ ਹੋਈ ਹੈ। ਦਿੱਲੀ ਮਾਰੀ ਬਿੱਲੀ ਮਾਰੀ ਦਾ ਇਤਿਹਾਸ ਇਹਨਾਂ ਕੋਲ ਹੈ। ਅਬਦਾਲੀ ਵਰਗੇ ਵੀ ਜਿਹੜੀ ਲੱਖਾਂ ਦੀਆਂ ਫੌਜਾਂ ਲੈ ਕੇ ਆਏ, ਇਹ ਮੁੱਠ ਭਰ ਨੂੰ ਨਹੀਂ ਜਿੱਤ ਸਕੇ। ਇਹ ਤੁਰੇ ਫਿਰਦੇ ਨੇ ਕਹਿੰਦੇ ਕਿ ਗੁਰੂ ਕੇ ਸਿੱਖ ਜਿਹੜੇ ਨੇ ਇਹ ਸਾਡੀ ਸਲਤਨਤ ਨੇ, ਪਰ ਇਹ ਨਹੀਂ ਪਤਾ ਕਿ ਇਹਨਾਂ ਦੇ ਦਿਮਾਗ 'ਚ ਜਿਸ ਦਿਨ ਆ ਗਿਆ ਉਹਨਾਂ ਨੇ ਫਿਰ ਇਹਨਾਂ ਨੇ ਦਿੱਲੀ ਫਤਿਹ ਕਰ ਲੈਣੀ ਹੈ। ਉਹ ਜੋ ਉਹਨੇ ਸੁਣਿਆ ਉਹ ਲਿਖ ਲਿਆ, ਨਾ ਉਹਨੇ ਸੱਚ ਵਿਚਾਰਿਆ ਨਾ ਉਹਨੇ ਝੂਠ ਵਿਚਾਰਿਆ। ਤੁਰਕ ਹਿੰਦੂ को बैर हो तो आद, दीन मजहब को आदो बाद। गल तो इन्नी सी, ना कहूं अब की ना कहूं तब की, अगर ना होते गुरु गोबिंद सिंह तो सुन्नत होती सब की। गल तो यह सी कि तिलक जंजूर आखा प्रभ ताका। जे सिख गुरु साहबान ना होंदे ते इत्थे तिलक जंजू भी नहीं बचना सी। सीधी गल कीती है प्राचीन पंथ प्रकाश दे करते ने रतन सिंह भंगू ने कि ਇਹ ਇੰਨੇ ਵੈਰੀ ਸਨ ਇਸ ਧਰਤੀ ਦੇ ਸਨਾਤਨ ਧਰਮ ਦੇ। ਕੋਈ ਮੰਦਰ ਨਹੀਂ ਛੱਡਿਆ ਇਹਨਾਂ ਨੇ ਸਨਾਤਨ ਧਰਮ ਦਾ, ਕੋਈ ਮੂਰਤੀ ਨਹੀਂ ਛੱਡੀ ਇਹਨਾਂ ਨੇ, ਕੋਈ ਥਾਂ ਨਹੀਂ ਛੱਡੀ ਜਿਸ ਥਾਂ ਨੂੰ ਗਰਕ ਨਹੀਂ ਕੀਤਾ। ਪਰ ਜੇ ਗੁਰੂ ਤੇਗ ਬਹਾਦਰ ਸਾਹਿਬ ਵਿੱਚ ਨਾ ਖੜ ਜਾਂਦੇ ਚਟਾਨ ਦੀ ਤਰ੍ਹਾਂ, ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਫਿਰ ਕੌਣ ਬਚਾਉਂਦਾ ਤਿਲਕ ਤੇ ਜੰਜੂ ਨੂੰ? ਫਿਰ ਅੱਜ ਜਿੰਨੇ ਅਸੀਂ ਸੰਧੂਰ ਤੇ ਮੰਗਲ ਸੂਤਰ ਪਾਉਂਦੇ ਇਸ ਧਰਤੀ ਦੇ ਲੋਕ, ਜੇ ਇਸ ਧਰਤੀ ਦੀਆਂ ਔਰਤਾਂ, ਬਿਲਕੁਲ ਇਹ ਸੱਚੀ ਗੱਲ ਹੈ, ਜੇ ਗੁਰੂ ਤੇਗ ਬਹਾਦਰ ਸਾਹਿਬ ਨਾ ਹੁੰਦੇ ਤੇ ਇਹਨਾਂ ਨੇ ਤੁਰਕ ਹਿੰਦੂ ਕਹਿ ਬੈਰ ਹੁਤੋ ਆਦ, ਇਹ ਤੇ ਬੈਰ ਸੀ, ਇਹਨਾਂ ਨੇ ਤੇ ਮਲੀਆ ਮੇਟ ਕਰਨ ਦਾ ਫੈਸਲਾ ਕੀਤਾ ਸੀ। ਸਾਰੇ ਪਾਸੇ ਇਹਨਾਂ ਨੇ ਕਿਹਾ ਸੀ ਕਿ ਸਭ ਨੂੰ ਸੁਨਨਤ ਕਰ ਦਿਓ, ਸਭ ਨੂੰ ਇਸਲਾਮ ਫੈਲਾ ਦਿਓ, ਸਭ ਨੂੰ ਮੁਸਲਮਾਨ ਬਣਾ ਦਿਓ। ਇਹ ਤੇ ਗੁਰੂ ਸਾਹਿਬ ਟਿਕ ਗਏ, ਅੜ ਗਏ। ਭਾਈ ਮਨੀ ਸਿੰਘ ਨੂੰ ਕੋਈ ਨਹੀਂ ਬਦਲਵਾ ਸਕਿਆ, ਬਾਬਾ ਬੰਦਾ ਸਿੰਘ ਬਹਾਦਰ ਨੂੰ ਕੋਈ ਨਹੀਂ ਬਦਲਵਾ ਸਕਿਆ, ਬਾਬਾ ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ, ਬਾਬਾ ਭਾਈ ਤਾਰੂ ਸਿੰਘ ਵਰਗੇ। ਕਹਿੰਦੇ ਇਹਨਾਂ ਦਾ ਤੇ ਵੈਰ ਸੀ, ਪਰ ਇਹਨਾਂ ਨੂੰ ਬਚਾਉਣ ਵਾਸਤੇ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ ਨੇ। ਮਤੀ ਦਾਸ, ਸਤੀ ਦਾਸ ਤੇ ਭਾਈ ਦਿਆਲਾ ਦੀ ਸ਼ਹਾਦਤ ਨੂੰ ਕਿਉਂ ਨਹੀਂ ਅਸੀਂ ਭੁੱਲਦੇ? ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤਿਲਕ ਜੰਜੂ ਦੇ ਲਈ ਹੈ, ਫਿਰ ਮਤੀ ਦਾਸ, ਸਤੀ ਦਾਸ ਤੇ ਭਾਈ ਦਿਆਲੇ ਦੀ ਸ਼ਹਾਦਤ ਵੀ ਤਿਲਕ ਜੰਜੂ ਦੇ ਲਈ ਹੈ। ਬਰਾਬਰ ਦੀ ਸ਼ਹਾਦਤ ਹੈ ਗੁਰੂ ਕੇ ਸਿੰਘਾਂ ਦੀ। ਤੇ ਇਹ ਗੁਰੂ ਸਾਹਿਬ ਜੀ ਦੀ ਇਹ ਬਖਸ਼ਿਸ਼ ਨੂੰ ਨਹੀਂ ਦੱਸੀ, ਦੀਨ ਮਜਹਬ ਕੋ ਆਦੋ ਬਾਦ। ਇਹ ਤੇ ਦੀਨ ਤੇ ਮਜਹਬ ਇਹਨਾਂ ਦੇ ਲਈ ਕੁਝ ਨਹੀਂ ਸੀ, ਇਹ ਤੇ ਸਿਰਫ ਇੱਕੋ ਧਰਮ ਨੂੰ ਫੈਲਾਉਣਾ ਚਾਹੁੰਦੇ ਸੀ। ਜੇ ਉਸ ਵੇਲੇ ਇਸਲਾਮ ਧਰਮ ਦਾ ਧੱਕਾ ਜਰ ਕੇ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਏ ਤੇ ਉਹ ਕਹਿੰਦੇ ਸੀ ਸਭ ਪਾਸੇ ਇਸਲਾਮ, ਜੇ ਅੱਜ ਵੀ ਗੁਰੂ ਤੇਗ ਬਹਾਦਰ ਸਾਹਿਬ ਹਾਜ਼ਰ ਨਾਜ਼ਰ ਨੇ, ਜੇ ਇਸ ਧਰਤੀ ਦੇ ਅੱਜ ਇਸਲਾਮ ਧਰਮ ਦੇ ਲੋਕ ਆ ਕੇ ਕਹਿਣਗੇ ਨਾ ਸਾਡੇ ਉੱਤੇ ਕੋਈ ਹੋਰ ਧਰਮ ਧੱਕਾ ਕਰ ਰਿਹਾ, ਗੁਰੂ ਤੇਗ ਬਹਾਦਰ ਸਾਹਿਬ ਫਿਰ ਬਰਾਬਰ ਖੜੇ। ਇਹ ਹੈ ਕਿ ਪ੍ਰਗਟ ਭਏ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਕੀ ਚਾਦਰ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਇਹਨੇ ਇਹ ਦੱਸਿਆ ਨਹੀਂ ਕਿ ਦੀਨ ਤੇ ਮਜਹਬ ਨੂੰ ਬਚਾਉਣ ਵਾਲਾ ਜੇ ਕੋਈ ਇਸ ਧਰਤੀ ਦਾ ਕਰਤਾ ਹੈ ਨਾ, ਕਿ ਜਾਓ ਬੱਚਿਓ ਘਰ ਜਾਓ, ਸਿਰ ਦੇ ਕੇ ਸੱਤ ਬਚਾਵਾਂਗਾ ਮੈਂ, ਇਸ ਬੁਝਰੇ ਭਾਰਤ ਦੇਸ਼ ਦੇ ਦੀਵੇ ਅੰਦਰ ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ। ਪਾਇਆ ਤੇਲ ਲਹੂ ਦਾ, ਤਾਈਓ ਅੱਜ ਭਾਰਤ ਵਰਸ਼ ਦਾ ਬਾਗ ਫਲ ਰਿਹਾ ਹੈ। ਅੱਜ ਵੀ ਹਿੰਦੂ ਮੰਦਰਾਂ ਦੇ ਦੀਵਿਆਂ ਅੰਦਰ ਤੇਲ ਗੁਰੂ ਤੇਗ ਬਹਾਦਰ ਸਾਹਿਬ ਦੇ ਲਹੂ ਦਾ ਬਲ ਰਿਹਾ। ਇਹ ਗੱਲ ਨਹੀਂ ਦੱਸੀ ਕਿ ਅੱਜ ਜੋ ਤਿਲਕ ਜੰਜੂ ਨੇ ਇਸ ਧਰਤੀ ਤੇ ਧਰਮ ਦੀ ਆਜ਼ਾਦੀ ਲਈ ਜਿਹੜੀ ਸ਼ਹਾਦਤ ਦਿੱਤੀ, ਉਹ ਗੁਰੂ ਕੇ ਸਿੱਖ ਤੇ ਗੁਰੂ ਸਾਹਿਬਾਨਾਂ ਨੇ ਦਿੱਤੀ ਹੈ ਜੀ। ਝੂਠ ਕਹਿਨ ਮੈਂ ਜੇ ਰਿਪ ਮਰੈ, ਤੁਰਕ ਹਿੰਦੂਆਂ ਤੇ ਕਬ ਟਰੈ। ਰਿਪ ਲਫ਼ਜ਼ ਜਾਪ ਸਾਹਿਬ 'ਚ ਤੁਸੀਂ ਪੜ੍ਹਦੇ ਹੋ, ਰਿਪ ਲਫ਼ਜ਼ ਆਇਆ ਦੁਸ਼ਮਣ ਲਈ। ਕਹਿੰਦੇ ਇਸ ਨੂੰ ਭਾਵ ਕਿ ਦੁਸ਼ਮਣ ਆਖਰੇ ਨਾ ਸਿੱਖਾਂ ਨੂੰ, ਕਹਿੰਦੇ ਸਿੱਖ ਸਾਡੇ ਦੁਸ਼ਮਣ ਨੇ। ਕਹਿੰਦੇ ਰਣ ਤੱਤੇ ਜੰਗ ਦੇ ਮੈਦਾਨ 'ਚ ਤੇ ਸਾਡੇ ਤੋਂ ਮਰੇ ਨਹੀਂ। ਕਹਿੰਦੇ ਜੇ ਹੁਣ ਝੂਠ ਬੋਲਣ ਨਾਲ ਮਰ ਜਾਣ ਤੇ ਕਿੰਨਾ ਚੰਗਾ ਹੋ ਜਾਏ। ਹੁਣ ਉਹ ਚਾਹੁੰਦਾ ਸੀ ਕਿ ਅੰਗਰੇਜ਼ਾਂ ਨੂੰ ਵੀ ਮੈਂ ਸਿੱਖਾਂ ਦਾ ਵੈਰੀ ਬਣਾ ਦਾਂ, ਮੈਂ ਸਿੱਖਾਂ ਦੇ ਪ੍ਰਤੀ ਜ਼ਹਿਰ ਉਗਲਦਾ ਜਿੰਨਾ ਮੈਂ ਉਗਲ ਸਕਦਾ, ਮੈਂ ਅੰਗਰੇਜ਼ਾਂ ਦੇ ਮਨ ਦੇ ਅੰਦਰ ਵੀ ਅੱਗ ਬਾਲਦਾ ਕਿ ਇਹ ਵੈਰੀ ਨੇ, ਇਹ ਬਿਲਕੁਲ ਸਲਤਨਤ ਨੇ ਤੇ ਸਾਡੇ ਹੁਕਮ ਤੋਂ ਆਕੀ ਨੇ। ਪਰ ਇਹ ਨਹੀਂ ਪਤਾ ਜੇ ਇਸ ਧਰਤੀ ਤੋਂ ਨੂੰ ਸਹਾਰਾ ਦੇਣ ਵਾਸਤੇ ਕੋਈ ਹੈ ਤੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਖਾਲਸਾ ਹੈ। ਉਹ ਸਦਾ ਹੀ ਖੜਾ ਹੈ। ਜੇ ਕਰੋਨਾ ਵਿੱਚ ਕੋਈ ਨਹੀਂ ਦਿਸਿਆ ਨਾ, ਫਿਰ ਗੁਰੂ ਕੇ ਖਾਲਸੇ ਦੀ ਬਰਕਤ ਇੱਥੇ ਵਰਤੀ ਹੈ ਇਸ ਧਰਤੀ ਤੇ। ਕੱਲੀ ਇਸ ਧਰਤੀ ਤੇ ਮੈਂ ਇਹ ਭਾਰਤ ਦੇਸ਼ ਨਹੀਂ,
ਕੁਲ ਕਾਇਨਾਤ ਜਿੱਥੇ ਜਿੱਥੇ ਨਿਸ਼ਾਨ ਸਾਹਿਬ ਸਨ, ਗੁਰੂ ਕੀਆਂ ਦਸਤਾਰਾਂ ਸਨ, ਉਥੇ ਗੁਰੂ ਕੇ ਖਾਲਸੇ ਨੇ ਕਲਾ ਵਰਤਾਤੀ। ਲੋਕੀ ਵੀ ਹੈਰਾਨ ਰਹਿ ਗਏ। BBC ਵਰਗੇ ਵੱਡੇ ਵੱਡੇ ਦੇਸ਼ ਦੇ ਪ੍ਰਧਾਨ ਮੰਤਰੀ ਵਰਗੇ ਆਪਣੇ ਆਪ ਦੇ ਭਾਸ਼ਣਾਂ ਦੇਣ ਲਈ ਮਜਬੂਰ ਹੋ ਗਏ। ਜੇ ਸਾਡੇ ਦੇਸ਼ 'ਚ ਕਿਸੇ ਨੇ ਮਦਦ ਕੀਤੀ ਹੈ ਤੇ ਉਹ ਸਿੱਖਾਂ ਨੇ ਕੀਤੀ, ਅਸੀਂ ਇੱਕ ਨੰਬਰ ਤੇ ਰੱਖਾਂਗੇ ਇਹਨਾਂ ਨੂੰ। ਕਹਿੰਦੇ ਇਹ ਗੱਲ ਤੇ ਆਦ ਤੋਂ ਚਲਦੀ ਆ ਰਹੀ ਹੈ, ਪਰ ਕੌਣ ਮਾਰ ਸਕਦਾ? ਮਨੂੰ ਸਾਡੀ ਦਾਤਰੀ, ਅਸੀਂ ਮਨੂੰ ਦੇ ਸੋਏ, ਜਿਉਂ ਜਿਉਂ ਮਨੂੰ ਵੱਢਦਾ ਅਸੀਂ ਦੂਣ ਸਬਾਈ ਹੋਏ। ਕਹਿੰਦੇ ਐਵੇਂ ਤੇ ਮਾਰ ਨਹੀਂ ਸਕੇ ਇਹਨਾਂ ਨੂੰ। ਹੁਣ ਅੰਗਰੇਜ਼ਾਂ ਤੋਂ ਇਹਨਾਂ ਨੂੰ ਮਰਵਾਉਂਦੇ ਆ। ਰਿਪ ਕਹਿੰਦੇ ਦੁਸ਼ਮਣ ਜੇ ਝੂਠ ਬੋਲਣ ਨਾਲ ਦੁਸ਼ਮਣ ਮਰਦਾ ਹੈ, ਤੁਰਕ ਹਿੰਦੂਆਂ ਤੇ ਕਬ ਟਰੈ। ਕਹਿੰਦੇ ਤੁਰਕਾਂ ਤੇ ਹਿੰਦੂਆਂ ਦੀ ਜੰਗ ਕਹਿੰਦੇ ਕਿਵੇਂ ਰੋਕੀ ਹੈ? ਕਹਿੰਦੇ ਇਹ ਤੇ ਰੋਕਣ ਵਾਲੇ ਵਿੱਚ ਸਿੱਖ ਖੜੇ ਹੋ ਗਏ, ਜਿਨ੍ਹਾਂ ਨੇ ਭਾਜੜਾਂ ਪਵਾਤੀਆਂ ਤੇ ਇਸ ਧਰਤੀ ਦੇ ਧਰਮ ਨੂੰ ਵੀ ਬਚਾ ਲਿਆ, ਇਸ ਧਰਤੀ ਦੇ ਲੋਕਾਂ ਨੂੰ ਵੀ ਤੇ ਇਸ ਧਰਤੀ ਦੇ ਕਲਚਰ ਨੂੰ ਵੀ ਬਚਾ ਲਿਆ। ਨਹੀਂ ਤੇ ਅੱਜ ਜਿਹੜਾ ਕਲਚਰ ਅਸੀਂ ਵੇਖ ਰਹੇ ਹਾਂ, ਇਹ ਕਲਚਰ ਇਹ ਨਹੀਂ ਹੋਣਾ ਸੀ, ਇੱਥੇ ਕੁਝ ਹੋਰ ਹੀ ਹੋਣਾ ਸੀ। ਕਹਿੰਦੇ ਇਹ ਜੇ ਬਚਾਉਣ ਵਾਲੇ ਨੇ ਤੇ ਗੁਰੂ ਕੇ ਖਾਲਸੇ ਨੇ ਉਹਦੀ ਇਹਨੇ ਬਿਲਕੁਲ ਬਾਤ ਨਹੀਂ ਪਾਈ ਤੇ ਝੂਠ ਬੋਲਿਆ। ਦੋਹਰਾ ਭੁਜਾ ਪਿਵਾਈਐ ਤੇਲ ਸਿਉ ਦੀਜੈ ਤਿਲੈ ਲਗਾਏ। ਮਾਰੋ ਹਿੰਦੂਆਂ ਕਸਮ ਕਰ ਇਨ ਗਇਓ ਰਸੂਲ ਬਤਾਏ। ਇਹ ਗੱਲ ਪ੍ਰਚਲਿਤ ਕਰ ਦਿੱਤੀ ਗਈ ਝੂਠ, ਕਿ ਜੇ ਕੋਈ ਬਾਂਹ ਤੇ ਤੇਲ ਲਾ ਕੇ ਤਿਲਾਂ ਦੇ ਭਾਂਡੇ ਵਿੱਚ ਵਾੜ ਲਏ ਤੇ ਜਿੰਨੇ ਬਾਂਹ 'ਚ ਤਿਲ ਲੱਗ ਜਾਣ ਤੇ ਜੇ ਉਨੀਆਂ ਕੋਈ ਮੁਗਲ ਕਸਮ ਖਾਏ ਉਹਨਾਂ ਨੂੰ ਨਾ ਮੰਨੋ। ਪਰ ਇਹ ਮਹਿਮਾ ਪ੍ਰਾਚੀਨ ਪੰਥ ਪ੍ਰਕਾਸ਼ ਦੇ ਕਰਤਾ ਕਹਿੰਦੇ ਗੱਲ ਝੂਠ ਹੈ, ਇਹ ਗੱਲ ਸੱਚ ਨਹੀਂ ਹੈ। ਗੱਲ ਜਿਹੜੀ ਪ੍ਰਚਲਿਤ ਸੀ ਉਹ ਕੁਝ ਹੋਰ ਸੀ ਤੇ ਪ੍ਰਚਲਿਤ ਕੁਝ ਹੋਰ ਬਣਾਤੀ। ਗੱਲ ਇਹ ਸੀ ਕਿ ਇਸ ਧਰਤੀ ਤੇ ਇਸਲਾਮ ਨੂੰ ਫੈਲਾਉਣ ਵਾਸਤੇ ਇਸ ਧਰਤੀ ਦੇ ਲੋਕਾਂ ਨੇ, ਇਸ ਧਰਤੀ ਦੇ ਬਾਦਸ਼ਾਹ ਨੇ ਆਪਣੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਮੁਹੰਮਦ ਸਾਹਿਬ ਦੇ ਨਾਮ ਤੇ ਇਹ ਗੱਲ ਪ੍ਰਚਲਿਤ ਕਰਤੀ। ਜੇ ਬਾਂਹ ਤੇ ਤੇਲ ਲਗਾ ਕੇ ਤਿਲਾਂ ਦੇ ਭਾਂਡੇ 'ਚ ਪਾਓ, ਜਿੰਨੇ ਤਿਲ ਬਾਂਹ 'ਚ ਲੱਗ ਜਾਣ, ਤੇ ਫਿਰ ਜੇ ਇੰਨੇ ਵੀ ਝੂਠੀਆਂ ਕਸਮਾਂ ਖਾਣੀਆਂ ਪੈਣ ਤੇ ਇਸਲਾਮ ਨੂੰ ਫੈਲਾਉਣ ਵਾਸਤੇ ਇੰਨੀਆਂ ਵੀ ਝੂਠੀਆਂ ਕਸਮਾਂ ਖਾ ਲਓ। ਗੱਲ ਇਹ ਸੀ, ਗੱਲ ਅਸੀਂ ਪੁੱਠੀ ਬਣਾ ਲਈ। ਗੱਲ ਇਹ ਸੀ ਕਿ ਜੇ ਬਾਂਹ ਤੇ ਤੇਲ ਲਾ ਕੇ ਉਹਨੂੰ ਤਿਲਾਂ ਦੇ ਭਾਂਡੇ ਵਿੱਚ ਪਾਓ, ਜਿੰਨੇ ਤਿਲ ਬਾਂਹ ਤੇ ਲੱਗ ਜਾਣ, ਉਨੀਆਂ ਝੂਠੀਆਂ ਕਸਮਾਂ ਵੀ ਖਾਣੀਆਂ ਪੈਣ ਤੇ ਉਹ ਕਸਮਾਂ ਖਾ ਕੇ ਵੀ ਤੁਸੀਂ ਇਸਲਾਮ ਨੂੰ ਫੈਲਾਓ ਤੇ ਸਾਰਿਆਂ ਨੂੰ ਮਾਰੋ। ਗੱਲ ਇਹ ਸੀ। ਕਹਿੰਦੇ ਗੱਲ ਇਹ ਆਪਣੇ ਸੱਲੱਲਾਹੁ ਅਲੈਹਿ ਵਸੱਲਮ ਮੁਹੰਮਦ ਸਾਹਿਬ ਦੇ ਨਾਮ, ਕਹਿੰਦੇ ਜਿਹੜਾ ਖੁਦਾ ਦੇ ਨਾਮ ਤੇ ਪੈਗੰਬਰ ਆਇਆ, ਕਹਿੰਦੇ ਹੱਦ ਹੋ ਗਈ ਐਸੇ ਲੋਕਾਂ ਤੇ ਜਿਨ੍ਹਾਂ ਨੇ ਆਪਣੇ ਖੁਦਾਈ ਪੈਗੰਬਰ ਦੇ ਨਾਮ ਤੇ ਵੀ ਦਾਗ ਲਾ ਦਿੱਤਾ। ਕਹਿੰਦੇ ਕਦੀ ਖੁਦਾ ਪੈਗੰਬਰ ਇਹ ਗੱਲ ਕਰ ਸਕਦਾ? ਖੁਦਾਈ ਪੈਗੰਬਰ ਤੇ ਸਾਰਿਆਂ ਲਈ ਬਰਾਬਰ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ 'ਚ ਪੈਗੰਬਰੀ ਜੇ ਗੱਲ ਹੈ ਤੇ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ। ਬੱਚਿਓ, ਜੇ ਤੁਸੀਂ ਕਿਸੇ ਮੁਸਲਮਾਨ ਨੂੰ ਦੇਖੋ ਤੁਰਦਿਆਂ ਫਿਰਦਿਆਂ, ਨਫ਼ਰਤ ਨਹੀਂ ਕਰਨੀ। ਸਾਰੇ ਮੁਸਲਮਾਨ ਮਾੜੇ ਨਹੀਂ ਹੁੰਦੇ। ਜੇ ਤੁਸੀਂ ਹਿੰਦੂ ਦੇਖੋ, ਬ੍ਰਾਹਮਣ ਦੇਖੋ, ਪੰਡਤ ਦੇਖੋ, ਨਫ਼ਰਤ ਨਹੀਂ ਕਰਨੀ। ਕੋਈ ਮਾੜਾ ਨਹੀਂ ਹੁੰਦਾ, ਇੱਥੇ ਸਾਰੇ ਭਰਾ ਨੇ। ਸਿਰਫ ਔਰ ਸਿਰਫ ਲੋਕਾਂ ਦੀ ਬਿਰਤੀਆਂ ਮਾੜੀਆਂ ਹੁੰਦੀਆਂ ਨੇ ਜਿਹੜੇ ਧਰਮ ਦੇ ਨਾਮ ਤੇ ਲੜਾਉਂਦੀਆਂ ਨੇ। ਇਹ ਜਿਹੜੇ ਰਾਜਨੀਤਿਕ ਲੋਕ ਹੁੰਦੇ ਆ, ਇਹ ਧਰਮ ਦੇ ਨਾਮ ਤੇ ਲੋਕਾਂ ਦਾ ਵੈਰ ਕਰਦੇ ਨੇ, ਇੱਕ ਦੂਸਰੇ ਨੂੰ ਲੜਾਉਂਦੇ ਨੇ। ਸਿੱਧੀ ਜੀ ਇੱਕ ਮਿਸਾਲ ਹੈ ਜੀ, ਜੇ ਕੋਈ ਭਖਦੇ ਮਸਲੇ ਦੇ ਉੱਤੇ ਕੱਪੜਾ ਪਾਉਣਾ, ਜੇ ਲੁਕਾਉਣਾ, ਫਿਰ ਇੱਕ ਹੋਰ ਮਸਲਾ ਖੜਾ ਕਰ ਦੋ। ਤੇ ਸਭ ਤੋਂ ਸੌਖਾ ਮਸਲਾ ਹੈ ਧਰਮ ਦੇ ਨਾਮ ਤੇ ਲੋਕਾਂ ਨੂੰ ਲੜਾਈ ਜਾਓ, ਪਿੱਛੋਂ ਜੋ ਮਰਜ਼ੀ ਕਰੀ ਜਾਓ, ਜੋ ਮਰਜ਼ੀ ਖਾਈ ਜਾਓ, ਜੋ ਮਰਜ਼ੀ ਕੁਫਰ ਤੋਲੀ ਜਾਓ। ਇਹ ਕੁਝ ਕੀਤਾ ਜਾ ਰਿਹਾ ਸੀ ਤੇ ਇਹ ਕੁਝ ਹੁਣੇ ਵੀ ਹੋ ਰਿਹਾ। ਕਹਿੰਦੇ ਇਹ ਭੁਜਾ ਭਵਾਈਆ ਤੇਲ ਸਿਉ ਦੀਜੈ ਤੇਲ ਲਗਾਏ। ਮਾਰੇ ਹਿੰਦੂਆਂ ਕਸਮ ਕਰ ਇਨ ਗਇਓ ਰਸੂਲ ਬਤਾਏ। ਕਹਿੰਦੇ ਧਰਮ ਨੂੰ ਪਰਿਵਰਤਿਤ ਕਰਨ ਲਈ ਜਿੰਨੀਆਂ ਝੂਠੀਆਂ ਕਸਮਾਂ ਖਾਣੀਆਂ ਪੈਣ, ਖਾ ਲੋ ਜੀ। ਰਤਨ ਸਿੰਘ ਨੇ ਜਿਵ ਸੁਨੀ ਸੋ ਤੋ ਧਰੀ ਲਿਖਾਏ। ਸੁਨੋ ਸੰਤ ਮਨ ਲਾਏ ਕੈ ਆਗੇ ਕਉ ਬਧਾਏ। ਜਿਹੜੀ ਗੱਲ ਮੈਂ ਸੁਣੀ ਹੈ, ਰਤਨ ਸਿੰਘ ਭੰਗੂ ਕਹਿੰਦਾ, ਉਹ ਮੈਂ ਤੁਹਾਨੂੰ ਦੱਸ ਰਿਹਾ। ਪਰ ਇੱਕ ਗੱਲ ਯਾਦ ਰੱਖਿਓ, ਰਸੂਲ ਨਾਲ, ਕਿਸੇ ਪੈਗੰਬਰ ਨਾਲ ਨਫ਼ਰਤ ਨਾ ਕਰਿਓ। ਗੁਰੂ ਨਾਨਕ ਸਾਹਿਬ ਨੇ ਕਦੀ ਕਿਸੇ ਨਾਲ ਨਫ਼ਰਤ ਨਹੀਂ ਕੀਤੀ। ਇਸ ਗੁਰੂ ਗ੍ਰੰਥ ਸਾਹਿਬ ਜੀ ਵਾਹਿਦ ਐਸੀ ਬਖਸ਼ਿਸ਼ ਹੈ, ਇਹਦੇ ਵਿੱਚ ਅੱਲਾ ਵੀ ਹੈ, ਖੁਦਾ ਵੀ ਹੈ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ, ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਲੋਕਾ ਭਰਮ ਨਾ ਭੁੱਲੋ ਭਾਈ। ਇਹ ਵੀ ਦੱਸ ਦਿੱਤਾ ਕਿ ਕਿਥੇ ਸ਼ੈਤਾਨ ਲੋਕਾਂ ਦੀਆਂ ਗੱਲਾਂ ਸੁਣ ਕੇ ਭਰਮਾਂ 'ਚ ਨਾ ਪੈ ਜਿਓ, ਐਵੇਂ ਇੱਕ ਦੂਸਰੇ ਦੇ ਖਿਲਾਫ ਦੁਸ਼ਮਣੀ ਨਾ ਪਾਲ ਦਿਓ। ਲੋਕਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਮੈਂ, ਖਲਕ ਖਾਲਕ ਮੈਂ। ਸਭ ਕੁਛ ਇਹ ਇੱਕੋ ਹੀ ਰੂਪ ਹੈ। ਖਾਲਕ ਖਲਕ ਦੇ ਵਿੱਚ ਹੈ ਤੇ ਖਲਕਤ ਦੇ ਵਿੱਚ ਵਾਹਿਗੁਰੂ ਵਸ ਰਿਹਾ। ਤੇ ਉਹ ਖਲਕਤ ਭਾਵੇਂ ਹਿੰਦੂ ਹੈ ਤੇ ਭਾਵੇਂ ਮੁਸਲਮਾਨ ਹੈ।
ਭਾਵੇਂ ਸਿੱਖ ਹੈ ਤੇ ਭਾਵੇਂ ਈਸਾਈ ਹੈ, ਭਾਵੇਂ ਕੋਈ ਅੱਲਾ ਬੋਲੇ ਕੋਈ ਰਾਮ ਬੋਲੇ। ਇਹ ਤੇ ਕੁਫਰ ਢਾਇਆ ਸੀ ਉਹਨਾਂ ਲੋਕਾਂ ਨੇ। ਕੋਈ ਧਰਮ ਮਾੜਾ ਨਹੀਂ ਹੈ, ਇਸਲਾਮ ਧਰਮ ਵੀ ਸਭ ਤੋਂ ਚੰਗਾ ਹੈ ਭਾਈ, ਹਿੰਦੂ ਧਰਮ ਵੀ ਸਭ ਤੋਂ ਚੰਗਾ ਹੈ, ਸਿੱਖ ਧਰਮ ਵੀ ਸਭ ਤੋਂ ਚੰਗਾ ਹੈ। ਕਿਹਦੇ ਲਈ? ਸਿੱਖ ਵਾਸਤੇ ਸਿੱਖ ਧਰਮ ਸਭ ਤੋਂ ਚੰਗਾ ਹੈ, ਮੁਸਲਮਾਨ ਲਈ ਇਸਲਾਮ ਧਰਮ ਸਭ ਤੋਂ ਚੰਗਾ ਹੈ, ਇੱਕ ਹਿੰਦੂ ਲਈ ਹਿੰਦੂ ਧਰਮ ਸਭ ਤੋਂ ਚੰਗਾ ਹੈ। ਇਸ ਕਰਕੇ ਇਸ ਗੱਲ ਦਾ ਜੋ ਸੁਣਿਆ ਮੈਂ ਤੁਹਾਨੂੰ ਦੱਸ ਦਿੱਤੀ, ਪਰ ਇਹਦੇ ਵਿੱਚ ਇਹ ਨਾ ਰੱਖ ਲਿਓ ਤੁਸੀਂ ਵੈਰ ਵਿਰੋਧ ਕਰਿਓ। ਵੈਰ ਵਿਰੋਧ ਉਹਨਾਂ ਲੋਕਾਂ ਨਾਲ ਕਰਿਓ ਜਿਨ੍ਹਾਂ ਦੇ ਅੰਦਰ ਸ਼ੈਤਾਨੀ ਸੀ, ਜਿਨ੍ਹਾਂ ਦੇ ਅੰਦਰ ਵੈਰ ਸੀ। ਤੁਸੀਂ ਧਿਆਨ ਨਾਲ ਇਸ ਗੱਲ ਨੂੰ ਸੁਣਿਓ ਤੇ ਮਨ ਲਾ ਕੇ ਅਗਲੀ ਬਾਤ ਸੁਣੋ। ਹੁਣ ਗਾਥਾ ਸ਼ੁਰੂ ਹੁੰਦੀ ਹੈ ਸਾਖੀ ਲਿਖਣ ਦੀ। ਦੋਹਰਾ ਜਬ ਪਾਤ ਸਾਹੈ ਇਮ ਕਹਿਓ ਇਨ ਦਿਓ ਰਾਜ ਕਿਨ ਨਾਹੇ ਰਈਅਤ ਆਕੀ ਹਮ ਭਈ ਅਏ ਨਾਦਰ ਅਹਿਮਦ ਸਾਹੇ। ਕਹਿੰਦੇ ਫਿਰ असूलों पे आँच आए तो लड़ जाना जरूरी है, अगर जिंदा हो तो फिर जिंदा नजर आना जरूरी है। फिर ये गल कीती, जे कोई ये कहे कि श्री गुरु ग्रंथ साहब जी दे विच कल्ली गल श्री रामचंद्र दी आई है जां कल्ली गल मुहम्मद साहब दी आई है, क्योंकि सब ने अपनी अपनी मोहरां लाउणियां शुरू कीतियां। हाँ, श्री रामचंद्र दा भी नाम आया, लक्ष्मण दा भी नाम आया, रावण दा भी नाम आया, पर राम जिहड़ा आया वो कबीर राम कहन में भेत है ता मैं एक विचार, सोई राम सबै कह सोई कौतक हार। एक राम रमिया होया सब दे विच वस रहा ते एक राम श्री रामचंद्र, दोनों विच भेत है। इस करके किसी गल नूं गलत सुनो ते रतन सिंह भंगू कहंदा घट्टो घट सिखो ते जागो तां सही, फिर कोई दसो ते सही। हर जंग जितण वास्ते नहीं हुंदी, ये कदी भी भुलेखा ना खाओ कि हर जंग जितण, कई जंगा होंदियां अपनी होंद नूं दसण लई। क्योंकि ये गल पिछे भी कीती सी पिछले हफ्ते च, जिथों ये गल मुकाई सी कि चुप रहने से भी होती है तौहीने सुखन, कुछ ना कहने से भी होती है तौहीने सुखन, और चुप रहने से जालिम की मदद होती है। अगर असी नहीं बोलांगे फिर जालिम की मदद करांगे। हुण रतन सिंह भंगू कहंदा जद मैं सुनिया कि सिखां बारे कुफर लिखिया जा रहा है कि पातशाह भाव हिंदुस्तान के बादशाह ने सिखां बारे माड़ा बोलिया ते अंग्रेज अख्तर लोनी लिखना शुरू कर लिया। कहंदे फिर साडे तो रिहा नहीं गया कि ये सिखां दे प्रति आकी हो रहे ने। सिखां ने किन्ना कुछ कीता, ना वैर विरोध, इन्नियां जंगां होईयां, एक तुर्क दी कुड़ी या औरत नूं चक के नहीं लैके आए गुरु के सिख। एडी एडा इकलाख उच्चा सी। भावें इन्हां इस धरती ते इन्हां लोकां ने इन्ना कुफर ढाया कि इस धरती ते किसी नूं नहीं छड्डिया। जिन सरसोहन पट्टियां मांगी पाए संदूर से सिर काती मुनियन गल बिचावे तूर। ये कुछ किया, पर जब सिखां ने अपने राज का झंडा बुलंद किया कि सारियां एक एक औरतां नूं घरे तोड़ के आए ने। इन्हें इकलाख दे पक्के ने, मुसलमानियां नूं भी छड्ड के आए ने, तुर्कियां नूं भी ते हिंदुस्तानियां नूं भी। कहंदे ये गल दसी नहीं। रतन सिंह भंगू कहंदा फिर अंदरों खून खोलिया कि ये गलत क्यों बोलिया जा रहा है जी। चौपई तब अंग्रेजन त्यों ही लिख लियो सिंगन राज ना किन्हू दयो। कहंदे ये फिर अंग्रेज अख्तर लोनी ने वही लिख लिया। उन्होंने बेचारे नूं पता ही नहीं सी सच की है झूठ की है। उन्हें ये लिख लिया कि सिखां कोल कोई राज नहीं है, ये तो बस एवं मंगते ने, ये तो एवं रईयत ने, ये तो धाड़वी ने बस। कहंदे ये गल बर्दाश्त नहीं हुंदी सी। जिन्हां ने राज कायम किया और इस धरती ते पहलां भी ते अज भी इस पूरी धरती ते पूरे वर्ल्ड दे जे इकोनॉमी नूं कोई प्रभावित करने वाली कौम है ना, यहूदी कौम तो बाद दूसरा नंबर सिखां दा है। असी सब तो ज़्यादा इकोनॉमी नूं प्रभावित करते हैं। अज वर्ल्ड वाइड सब तो ज़्यादा रोल्स रॉयस कार्स जिहदे कोल ने वो गुरु के सिख ने। अज डायरैक्ट जिहड़ी फरारी ते लैंबोगिनी कंपनीज डायरैक्ट खुल देंदी है किसी नूं एक्सक्लूसिव कार्स लैण वास्ते, वो गुरु के सिख ने साबित सूरत। कोई वड्डे वड्डे इस धरती ते भावें बॉलीवुड होए भावें हॉलीवुड होए, किसी नूं एक्सक्लूसिव फरारी कार्स लैण दी खुल नहीं है कि वो एक दो जिन्नी मर्जी, एक गुरु के खालसे नूं सीधी फरारी दी खुल है जिन्नी मर्जी ले। और इस धरती ते सैलीब्रिटीज एक पासे कर दो, जे गुरु के खालसे ने तो वो टैक्स भी बहुत पे करते हैं। इस धरती ते कमाइयां बहुत ने गुरु के खालसे दियां, जे असी गिणन बैठिए कोई अंत है। तुसी दुबई देख लो, सब तो वड्डे टायर बनाने वाले जिहड़े कंधारी साहब जां वो फैमिलीज ने जिन्हां ने झंडे बुलंद कीते एथनीसिटी वाली कंट्री ते, जिथे इस्लाम तो बिना कोई गल नहीं कर सकदा,
ਉਥੇ ਐਸਾ ਗੁਰਦੁਆਰਾ ਖੜਾ ਕਰ ਦਿੱਤਾ, ਕਹਿੰਦੇ ਜਿਹੜਾ 7ਵਾਂ 8ਵਾਂ ਜੂਬਾ ਬਣ ਗਿਆ। ਗੁਰੂ ਨਾਨਕ ਦਰਬਾਰ ਬਣਾਤਾ। ਇਹ ਮਸ਼ੱਕਤ ਹੈ ਗੁਰੂ ਕੇ ਸਿੱਖਾਂ ਦੀ। ਉਥੇ ਚਰਚਾਂ ਵਿਕ ਰਹੀਆਂ ਨੇ ਤੇ ਗੁਰੂ ਕੇ ਸਿੱਖਾਂ ਨੇ ਕਿਹਾ ਚਰਚ ਕੋਈ ਛੱਡਣੀ ਨਹੀਂ, ਸਾਰੀ ਚਰਚਾਂ ਖਰੀਦ ਲਓ, ਇੱਥੇ ਪ੍ਰਕਾਸ਼ ਕਰਾਂਗੇ, ਨਿਸ਼ਾਨ ਗੱਡ ਕੇ ਗੁਰਦੁਆਰੇ ਬਣਾਵਾਂਗੇ। ਇਹ ਗੁਰੂ ਕੇ ਸਿੱਖਾਂ ਦੀ ਇਹ ਬਖਸ਼ਿਸ਼ ਹੈ। ਜਿਹਨੂੰ ਰਈਅਤ ਕਹਿ ਰਿਹਾ ਉਹ ਰਾਜ ਕਰਨ ਵਾਲਾ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਥਾਪੜਾ ਇਸ ਕੌਮ ਨੂੰ। ਵਹਿ ਪ੍ਰਗਟਿਓ ਮਰਦ ਅਗਮੜਾ ਮਰਦਾਨ ਸਦਾਏ, ਜਿਨ ਸਭ ਪ੍ਰਿਥਵੀ ਕੋ ਜੀਤ ਕੇ ਨਿਸ਼ਾਨ ਚੁਲਾਏ। ਇਹ ਸੂਰਬੀਰਤਾ ਕੌਮ ਹੈ, ਧੱਕਾ ਕਰਨ ਵਾਲੀ ਕੌਮ ਨਹੀਂ ਹੈ, ਜਰਾਏ ਪੇਸ਼ਾ ਕੌਮ ਨਹੀਂ ਹੈ। ਇਹ ਸ਼ਾਂਤੀ ਪਸੰਦ ਕੌਮ ਹੈ। ਇਹ ਆਨੰਦ ਨਾਲ ਜਿਉਣ ਵਾਲੀ ਹੈ। ਇਹ ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਉਣ ਵਾਲੀ ਕੌਮ ਹੈ। ਫਿਰ ਇਹ ਧੱਕਾ ਕੀਤਾ ਤੇ ਹਜੇ ਵੀ ਹੋ ਰਿਹਾ। ਤੇ ਫਿਰ ਇਸ ਕਰਕੇ ਇਹ ਪ੍ਰਚਾਰ ਅਸੀਂ ਸ਼ੁਰੂ ਕੀਤੀ ਹੈ ਕਥਾ, ਤਾਂ ਕਿ ਅਸੀਂ ਸੁਚੇਤ ਹੋਈਏ ਭਾਈ ਅਸੀਂ ਵੀ ਆਪਣੇ ਆਪ ਦੀ ਪਛਾਣ ਕਰੀਏ। ਜਿੰਨਾ ਚਿਰ ਤੱਕ ਸਾਨੂੰ ਆਪਣੀ ਪਛਾਣ ਨਹੀਂ ਹੋਏਗੀ ਅਸੀਂ ਦੂਸਰੇ ਬਾਰੇ ਕੀ ਕਵਾਂਗੇ। ਇਸ ਕਰਕੇ ਇਹ ਜਿਹੜਾ ਧੱਕਾ ਹੋਇਆ ਤੇ ਇਹ ਰਤਨ ਸਿੰਘ ਭੰਗੂ ਸੁਚੇਤ ਹੋਇਆ। ਫਿਰ ਨਹੀਂ ਪ੍ਰਵਾਨੋ ਸਿੰਘਾਂ ਪਾਹੇ, ਨਹੀਂ ਬਖਸ਼ ਕਿਨ ਕਰੀ ਪਾਤਸ਼ਾਹੇ। ਕਹਿੰਦੇ ਕਿਸੇ ਨੇ ਪ੍ਰਵਾਨ ਨਹੀਂ ਕੀਤਾ ਇਹਨਾਂ ਨੂੰ। ਕਹਿੰਦੇ ਹੱਦ ਹੋ ਗਈ। ਸਿੱਖਾਂ ਨੇ 10 ਗੁਰੂ ਸਾਹਿਬਾਨ ਨੇ ਸਾਡਾ ਧਰਮ ਸਥਾਨ ਹੈ, ਡਿਠੇ ਸਭੇ ਥਾਮ ਨਹੀਂ ਤੁਧ ਜਿਆ। ਸਾਡੇ ਗ੍ਰੰਥ ਸਾਹਿਬ ਨੇ ਪੋਥੀ ਪਰਮੇਸ਼ਰ ਕਾ ਥਾਨ। ਕਹਿੰਦੇ ਕਿਸੇ ਨੇ ਪ੍ਰਵਾਨ ਨਹੀਂ ਕੀਤਾ। ਕਹਿੰਦੇ ਹੱਦ ਹੋ ਗਈ। ਕਹਿੰਦੇ ਸਾਡੀ ਹੋਂਦ ਹੈ, ਭਾਵੇਂ ਧੱਕਾ ਹੁੰਦਾ ਆਇਆ, ਅੱਜ ਵੀ ਧੱਕਾ ਹੋ ਰਿਹਾ, ਪਰ ਹੋਂਦ ਥੋੜੀ ਖਤਮ ਹੋ ਸਕਦੀ ਹੈ ਸਿੱਖਾਂ ਦੀ। ਠੀਕ ਹੈ, ਅਸੀਂ ਆਪਣਾ ਫਰਜ਼ ਨਿਭਾਈ ਜਾ ਰਹੇ ਹਾਂ। ਸਾਡੇ ਨਾਲ ਜੇ ਧੱਕਾ ਵੀ ਹੋਏਗਾ ਅਸੀਂ ਫਿਰ ਸਭ ਨੂੰ ਗਲਵਕੜੀ ਲਾ ਕੇ ਤੇ ਆਪਣੇ ਘਰੋਂ ਲੁਟਾ ਕੇ ਦੇਵਾਂਗੇ ਕਿ ਚਲੋ ਤੁਸੀਂ ਠੀਕ ਹੋਵੋ। ਇਹ ਦੇਸ਼ ਠੀਕ ਰਹਿਣਾ ਚਾਹੀਦਾ। ਇਸ ਸੁਭਾਅ ਨੂੰ ਕੋਈ ਨਹੀਂ ਖਤਮ ਕਰ ਸਕਦਾ। ਇਹਦਾ ਬੀਜ ਗੁਰੂ ਨਾਨਕ ਸਾਹਿਬ ਨੇ 20 ਰੁਪਏ ਦੇ ਲੰਗਰ ਵਿੱਚੋਂ ਲਾਇਆ। ਇਹਨੂੰ ਕੋਈ ਨਹੀਂ ਖਤਮ ਕਰ ਸਕਦਾ। ਕਹਿੰਦੇ ਇਹ ਜਿਹੜਾ ਗੱਲ ਸੀ ਨਾ ਕਿ ਪ੍ਰਵਾਨ ਨਹੀਂ ਹੈਗੇ, ਨਹੀਂ ਬਖਸ਼ ਕਿਨੇ ਕਰੀ ਪਾਤਸ਼ਾਹੀ। ਇਹਨਾਂ ਨੂੰ ਕਿਸੇ ਨੇ ਪਾਤਸ਼ਾਹੀ ਨਹੀਂ ਦਿੱਤੀ। ਕੌਣ ਪਾਤਸ਼ਾਹੀ ਦੇਣ ਵਾਲਾ ਹੈ? ਕਹਿੰਦੇ ਇਹ ਤੇ ਹਮ ਰਾਖਤ ਪਾਤਸ਼ਾਹੀ ਦਾਵਾ, ਇਹ ਤੇ ਜਮਦੇ ਹੀ ਪਾਤਸ਼ਾਹੀ ਲੈ ਕੇ ਆਏ ਨੇ। ਇਹਨਾਂ ਨੂੰ ਕੌਣ ਪਾਤਸ਼ਾਹੀ ਦੇਗਾ? ਇਹ ਗਲਤ ਗੱਲ ਲਿਖੀ ਤੇ ਲਿਖਵਾਈ ਗਈ। ਦਲੀਸ਼ ਕਹਿਓ ਤਿਵ ਲਿਖਿਓ ਕਿਤਾਬ, ਹੁਕਮ ਪਾਇਓ ਧਰੀ ਸਿਤਾਬ। ਦਲੀਸ਼ ਦਾ ਮਤਲਬ ਹੈ ਦਿੱਲੀ ਦੇ ਬਾਦਸ਼ਾਹ ਨੇ ਉਹ ਲਿਖਵਾ ਦਿੱਤਾ, ਕੁਫਰ ਲਿਖਵਾ ਦਿੱਤਾ। ਉਹਨੇ ਵੀ ਅਖਤਰ ਲੋਨੀ ਨੇ ਉਹ ਕਿਤਾਬ ਪੂਰੀ ਲਿਖ ਲਈ ਸਿੱਖਾਂ ਬਾਰੇ, ਜੋ ਕੁਝ ਲਿਖਣਾ ਸੀ, ਤੇ ਉਹਨੇ ਲਿਖ ਕੇ ਮੋਹਰ ਲਾ ਦਿੱਤੀ ਕਿ ਸਿੱਖਾਂ ਦਾ ਇਹੀ ਇਤਿਹਾਸ ਹੈ। ਜੋ ਨਹਿ ਪ੍ਰਵਾਨੋ ਸਿੰਘਨ ਪਾਹੇ, ਔ ਨਹਿ ਬਖਸ਼ਿਓ ਕਿਨ ਪਾਤਸ਼ਾਹੇ। ਨਾ ਇਹ ਪ੍ਰਵਾਨ ਨੇ, ਨਾ ਕਿਸੇ ਨੇ ਇਹਨਾਂ ਨੂੰ ਖਿੱਤਾ ਦਿੱਤਾ, ਨਾ ਕਿਸੇ ਨੇ ਰਾਜ ਦਿੱਤਾ, ਨਾ ਇਹਨਾਂ ਨੂੰ ਕਿਸੇ ਨੇ ਕਬੂਲ ਕੀਤਾ, ਤੇ ਨਾ ਇਹਨਾਂ ਨੂੰ ਕਿਸੇ ਨੇ ਬਖਸ਼ਿਸ਼ ਦਿੱਤੀ। ਇਹ ਤੇ ਐਂ ਧੱਕੇ ਨਾਲ ਤੁਰੇ ਫਿਰਦੇ ਨੇ। ਰਈਅਤ ਆਕੀ ਕਬ ਰਹਿਨੇ ਪਾਏ, ਲਈ ਅਗ ਇਨਤੇ ਮੁਲਕ ਛਿਨਾਏ। ਫਿਰ ਅੰਗਰੇਜ਼ਾਂ ਨੇ ਵੀ ਸੋਚਿਆ ਕਿ ਜਦ ਮੁਗਲਾਂ ਨੇ ਇਹਨਾਂ ਨੂੰ ਰਾਜ ਨਹੀਂ ਦਿੱਤਾ, ਕਬੂਲ ਨਹੀਂ ਕੀਤਾ, ਫਿਰ ਇਹ ਚੜ ਕੇ ਇੱਕਦਮ ਆ ਗਏ ਸਾਡੇ ਤੇ। ਅੰਗਰੇਜ਼ਾਂ ਨੂੰ ਭਾਜਣਾ ਪਾਤੀਆਂ। ਐ ਮੁਛੈਰੇ, ਐ ਦਾੜੇ, ਆ ਸੋਹਣੇ ਦੁਮਾਲੇ ਸਜਾਏ ਹੋਏ, 5 ਕਲਾ ਸ਼ਸਤਰ ਘੋੜਿਆਂ ਦੇ ਉੱਤੇ, ਐ ਗੁਰੂ ਕੇ ਸਿੰਘ ਦੂਰੋਂ ਡਲਕਾ ਮਾਰਦੇ, ਡੋਲੇ ਫੜਕਦੇ। ਕਹਿੰਦੇ ਅੰਗਰੇਜ਼ਾਂ ਨੂੰ ਭਾਜਣਾ ਪਾਈਆਂ ਇਹਨਾਂ ਨੇ ਆਉਂਦੇ ਸਾਰ। ਕਹਿੰਦੇ ਜੇ ਐਵੇਂ ਹੈ ਫਿਰ ਅਸੀਂ ਇਹਨਾਂ ਨੂੰ ਭਜਾਉਣ ਦਾ ਇੰਤਜ਼ਾਮ ਕਿਉਂ ਨਾ ਕਰੀਏ। ਅੰਗਰੇਜ਼ਾਂ ਨੇ ਫਿਰ ਇਹ ਫੈਸਲਾ ਕੀਤਾ ਜਦ ਇਹ ਕੁਝ ਵੀ ਨਹੀਂ ਹੈਗੇ ਫਿਰ ਅਸੀਂ ਕਿਉਂ ਨਾ ਇਹਨਾਂ ਨੂੰ ਭਜਾਈਏ। ਹੁਣ ਫਿਰ ਇਹਨੇ ਇਹ ਸੋਚਿਆ ਕਿ ਜੇ ਰਈਅਤ ਆਕੀ ਹੈ, ਕਹਿੰਦੇ ਕਿੰਨਾ ਚਿਰ ਤੱਕ ਆਕੀ ਰਹੇਗੀ। ਅੰਗਰੇਜ਼ ਕਹਿੰਦੇ ਫਿਰ ਅਸੀਂ ਫੌਜਾਂ ਇਕੱਠੀ ਕਰੀਏ, ਫਿਰ ਇਹਨਾਂ ਨੂੰ ਮੁਲਕ ਤੋਂ ਛਡਾਈਏ, ਇਹਨਾਂ ਨੂੰ ਮੁਲਕ ਛੱਡਣ ਵਾਸਤੇ ਮਜਬੂਰ ਕਰੀਏ। ਜਬ ਅੰਗਰੇਜ਼ਨ ਇਮ ਲਿਖ ਧਰਿਓ, ਦੁਸ਼ਟ ਮੁਗਲ ਤਵ ਖੁਸ਼ੀਆਂ ਭਰਿਓ। ਹੁਣ ਉਸ ਅੰਗਰੇਜ਼ ਨੇ, ਅਖਤਰ ਲੋਨੀ ਨੇ ਮਹਾਰਾਣੀ ਨੂੰ ਲਿਖ ਦਿੱਤਾ ਕਿ ਇਹ ਸਿੱਖ ਕੋਈ ਨਹੀਂ ਹੈਗੇ, ਇਹ ਤੇ ਧੱਕੇ ਨਾਲ ਹੀ ਹੈ। ਫੌਜਾਂ ਭੇਜੀਆਂ ਜਾਣ, ਸਭ ਤੋਂ ਪਹਿਲਾਂ ਇਹਨਾਂ ਨਾਲ ਨਿਬੜਿਆ ਜਾਏ, ਪਹਿਲਾਂ ਇਹਨਾਂ ਨੂੰ ਕੱਢੀਏ, ਫਿਰ ਅਸੀਂ ਦੇਖਾਂਗੇ ਅਸੀਂ ਆਪਣਾ ਰਾਜ ਕਿਵੇਂ ਸਥਾਪਿਤ ਕਰਨਾ ਹੈ। ਜਦ ਇਹ ਗੱਲ ਅਖਤਰ ਲੋਨੀ ਨੇ ਲਿਖੀ, ਜਦ ਪਤਾ ਲੱਗੀ ਰਤਨ ਸਿੰਘ ਭੰਗੂ ਨੇ, ਕਹਿੰਦੇ ਰਤਨ ਸਿੰਘ ਭੰਗੂ ਦੇ ਅੰਦਰ ਖੂਨ ਖੋਲ ਗਿਆ ਸਿੱਖਾਂ ਦਾ, ਸੱਚੇ ਸਿੱਖਾਂ ਦਾ। ਇਹ ਗੁਰੂ ਬਾਬਤ ਇਹਨਾਂ ਨੇ ਕੁਫਰ ਤੋਲਿਆ ਸਿੱਖਾਂ ਬਾਬਤ, ਪਰ ਮੁਗਲਾਂ ਨੇ ਖੁਸ਼ੀਆਂ ਬਣਾਈਆਂ ਉਸ ਵੇਲੇ। ਕਹਿੰਦੇ ਅਸੀਂ ਸਿੱਖਾਂ ਨੂੰ ਇਉਂ ਤੇ ਜਿੱਤ ਨਹੀਂ ਸਕੇ, ਚਲੋ ਇਉਂ ਹੀ ਹਰਾ ਦਿੰਦੇ ਆ ਇਹਨਾਂ ਨੂੰ, ਇਉਂ ਹੀ ਭਾਜੜਾ ਪਵਾ ਦਿੰਦੇ ਆ। ਮੁਗਲਾਂ ਨੇ ਖੁਸ਼ੀਆਂ ਮਨਾਈਆਂ। ਇਥੇ ਮੁਗਲ ਦਾ ਸਿੱਧਾ ਸੰਬੰਧ ਹੈ ਬਹਾਦਰ ਸ਼ਾਹ ਜ਼ਫਰ ਦੇ ਪਿਤਾ ਤੇ ਬਹਾਦਰ ਸ਼ਾਹ ਦੇ ਨਾਲ। ਰਈਅਤ ਆਕੀ ਕਵ ਰਹਿਨੇ ਪਾਏ, ਲਈ ਅਗ ਇਨਤੇ ਮੁਲਕ ਛਿਨਾਏ। ਦੋਹਰਾ ਜਬ ਅੰਗਰੇਜ਼ਨ ਇਮ ਲਿਖ ਧਰਿਓ, ਦੁਸ਼ਟ ਮੁਗਲ ਤਵ ਖੁਸ਼ੀਆਂ ਭਰਿਓ। ਦੋਹਰਾ
ਤੁਰਕ ਨਾ ਖੁਸ਼ੀਆ ਕਿਮ ਕਰੈ ਕਿਮ ਕਹਿ ਨਾ ਖੋਟੀ ਬਾਤ ਤੁਰਕਨ ਓ ਹਿੰਦੂਨ ਹੁਤੋ ਦੀਨ ਬਜਬ ਕੋ ਘਾਤ। ਤੁਰਕ ਖੁਸ਼ੀਆਂ ਕਿਵੇਂ ਮਨਾਉਣ, ਕਿਉਂਕਿ ਤੁਰਕਾਂ ਨੂੰ ਪਤਾ ਹੈ ਜੇ ਇਸ ਧਰਤੀ ਤੇ ਅਸੀਂ ਪੂਰਨ ਰਾਜ ਕਰਨਾ ਹੈ ਤੇ ਸਿੱਖਾਂ ਨੂੰ ਹਰਾਏ ਬਿਨਾਂ ਕਰ ਨਹੀਂ ਸਕਦੇ। ਇਹਨਾਂ ਨੇ ਸਾਨੂੰ ਕਦੀ ਪੂਰਨ ਰਾਜ ਕਰਨ ਹੀ ਨਹੀਂ ਦਿੱਤਾ। ਪਹਿਲਾਂ ਜੇ ਕੋਈ ਬਾਬਰ ਆਇਆ ਚੜ ਕੇ ਤੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਉਹਦੀ ਚਲੀ ਨਹੀਂ, ਸਿਰ ਝੁਕਾਇਆ। ਜੇ ਸ਼ੇਰ ਸ਼ਾਹ ਸੂਰੀ, ਕਿਉਂਕਿ ਹਮਾਯੂ ਹਾਰ ਕੇ ਆਇਆ ਸੀ ਸ਼ੇਰ ਸ਼ਾਹ ਸੂਰੀ ਤੋਂ, ਹਮਾਯੂ ਗੁਰੂ ਅੰਗਦ ਸਾਹਿਬ ਤੇ ਧੱਕਾ ਕਰਨ ਲੱਗਾ ਤੇ ਗੁਰੂ ਅੰਗਦ ਸਾਹਿਬ ਨੇ ਇੱਕੋ ਹੀ ਗੱਲ ਕੀਤੀ, ਹਮਾਯੂ ਪਾਣੀ ਪਾਣੀ ਹੋ ਗਿਆ। ਇਹਨਾਂ ਦੇ ਘਰ ਅੱਗੇ ਕਿਸੇ ਦੀ ਨਹੀਂ ਚੱਲ ਸਕਦੀ। ਇਸ ਧਰਤੀ ਤੇ ਸਖੀ ਸਰਵਰਾਂ ਦਾ ਬੜਾ ਪ੍ਰਚਾਰ ਕੀਤਾ ਗਿਆ, ਕਿਉਂਕਿ ਸਖੀ ਸਰਵਰ ਰਸਤਾ ਸੀ, ਕਿਉਂਕਿ ਇਸਲਾਮ ਕਾਇਮ ਕਰਨ ਵਾਸਤੇ ਪਹਿਲੀ ਪੌੜੀ ਸੀ। ਹੌਲੀ ਹੌਲੀ ਪਹਿਲਾਂ ਸਖੀ ਸਰਵਰ ਬਣਾਓ, ਫਿਰ ਉਸ ਤੋਂ ਬਾਅਦ ਇਸਲਾਮ ਕਬੂਲ ਕਰਾਵਾਂਗੇ, ਸੌਖਾ ਹੋ ਜਾਏਗਾ। ਪਰ ਜਦ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕੋਲ ਭਾਈ ਮੰਝ ਵਰਗੇ ਸਿੱਖ ਆ ਗਏ, ਜਿਹੜੇ ਲੱਖਾਂ ਰੁਪਏ ਟੈਕਸ ਭਰਦੇ ਸੀ ਮੁਗਲ ਸਲਤਨਤ ਨੂੰ, ਜਦ ਉਹੀ ਗੁਰੂ ਅਰਜਨ ਸਾਹਿਬ ਦੇ ਸਿੱਖ ਬਣ ਗਏ, ਭਾਜੜਾਂ ਪੈ ਗਈਆਂ ਕਿ ਗੁਰੂ ਕਾ ਸਿੱਖ ਕਹਿੰਦਾ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ, ਮੇਰੇ ਗੁਰੂ ਨੇ ਕਿਹਾ। ਤੇ ਉਹ ਵਾਪਸ ਮੁੜ ਗਿਆ ਕਿ ਇਹ ਲੱਖਾਂ ਹੀ ਉਹਦੇ ਪਿੱਛੇ, ਜਿਹੜੇ ਹਜ਼ਾਰਾਂ ਹੀ ਤੁਰੇ ਸਨ, ਉਹ ਗੁਰੂ ਕੇ ਸਿੱਖ ਬਣ ਗਏ। ਇਹ ਸਖੀ ਸਰਵਰਾਂ ਨੂੰ ਵੀ ਬੜ ਭਾਜੜਾਂ ਪਈਆਂ। ਫਿਰ ਇਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਦੀਆਂ ਜੰਗਾਂ, ਇਹ ਸਾਰਾ ਕੁਝ ਹੁਣ ਕਹਿੰਦੇ ਇਹ ਸਾਰਾ ਕੁਝ ਹੋਇਆ। ਕਹਿੰਦੇ ਤੁਰਕਾਂ ਨੇ ਖੁਸ਼ੀ ਮਨਾਈ, ਪਰ ਉਹਨਾਂ ਨੇ ਖੁਸ਼ੀ ਇਸ ਲਈ ਮਨਾਈ ਕਿਉਂਕਿ ਹੁਣ ਅੰਗਰੇਜ਼ ਨਿਬੜਨਗੇ ਇਹ ਸਿੱਖਾਂ ਨਾਲ। ਪਰ ਖੁਸ਼ੀ ਕਿਉਂ ਨਾ ਮਨਾਉਂਦੇ, ਕਿਉਂਕਿ ਹੁਣ ਸਾਡੇ ਰਾਜ ਕਰਨ ਦੇ ਵਿੱਚ ਇੱਕ ਸਿੱਖ ਹੀ ਅੜਿੱਕੇ ਸਨ। ਜੇ ਇਹਨਾਂ ਨੂੰ ਖਤਮ ਕਰ ਦਿੱਤਾ ਜਾਏ ਫਿਰ ਅਸੀਂ ਖੁੱਲ ਕੇ ਰਾਜ ਕਰਾਂਗੇ। ਚੌਪਈ ਕਈ ਬਰਸ ਇਮ ਬੀਤਤ ਭਏ ਰਣਜੀਤ ਸਿੰਘ ਮੁਲਕ ਹੈ ਸੰਤੇ। ਹੁਣ ਕਈ ਬਰਸ ਇਸ ਤਰ੍ਹਾਂ ਕਈ ਸਮਾਂ ਬਤੀਤ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ। ਰਣਜੀਤ ਸਿੰਘ ਮੁਲਕ ਤੋਂ ਸੰਤਏ, ਅੱਗੇ ਸਰਵਣ ਕਰੋ ਜੀ। ਵੇ ਅੰਗਰੇਜ਼ਨ ਕੋ ਲੈ ਆਏ ਲੁਧਿਆਣੇ ਸੋ ਆਣ ਬਹਾਏ। ਹੁਣ ਲੁਧਿਆਣੇ ਤੱਕ ਕਿਵੇਂ ਅੰਗਰੇਜ਼ ਪਹੁੰਚੇ, ਇਹ ਐਪੀਸੋਡ ਸ਼ੁਰੂ ਹੋਏਗਾ। ਥੋੜਾ ਜਿਹਾ ਇਹਨੂੰ ਸਮਝੀਏ ਅਸੀਂ, ਕਿਉਂਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਜਿਹੜਾ ਰਾਜ ਹੈ ਨਾ, ਉਹ ਰਬਾਬ ਤੋਂ ਲੈ ਕੇ ਨਗਾੜੇ ਤੱਕ ਦਾ ਰਾਜ ਹੈ। ਕਿਥੇ ਸਾਡੇ ਮਨ 'ਚ ਇਹ ਸ਼ੰਕਾ ਨਾ ਪੈਦਾ ਹੋ ਜਾਏ ਕਿ ਅਸੀਂ ਇਕੱਲੇ ਖੜੇ ਲਫ਼ਜ਼ ਹੀ ਵਰਤ ਰਹੇ ਹਾਂ, ਅਸੀਂ ਇਕੱਲੇ ਜਜ਼ਬੇ ਦੀਆਂ ਬਾਤਾਂ ਕਰ ਰਹੇ ਹਾਂ। ਪਰ ਇਹਦੇ ਪਿੱਛੇ ਬੰਦਗੀ ਇਬਾਦਤ ਕਿੰਨੀ ਲੁਕੀ ਹੋਈ ਹੈ ਕਿ ਗੁਰੂ ਕਾ ਸਿੱਖ ਕੱਲਾ ਬੂਆ ਢੋ ਕੇ ਜਾਂ ਜਿੰਦੇ ਲਾ ਕੇ ਅੰਦਰ ਵੜ ਕੇ ਸਿਮਰਨ ਕਰਨ ਵਾਲਾ ਨਹੀਂ ਹੈ। ਗੁਰੂ ਕੇ ਸਿੱਖ ਦਾ ਸਿਮਰਨ ਹੈ ਕਿ ਜੇ ਕਿਸੇ ਦੇ ਉੱਤੇ ਧੱਕਾ ਵੀ ਹੋ ਰਿਹਾ ਤੇ ਉਹ ਵੀ ਨਹੀਂ ਜਰਦਾ ਗੁਰੂ ਕਾ ਸਿੱਖ, ਉਹ ਵੀ ਮਾੜੀ ਗੱਲ ਹੈ ਕਿ ਭਾਈ ਧੱਕਾ ਨਹੀਂ ਹੋਣਾ ਚਾਹੀਦਾ। ਇਹ ਵਾਲੀ ਜਿਹੜੀ ਬਖਸ਼ਿਸ਼ ਹੈ ਨਾ, ਇਹ ਗੁਰੂ ਕੇ ਖਾਲਸੇ ਨੂੰ ਪਹਿਲਾਂ ਤੋਂ ਮਿਲੀ। ਇਹ ਸ਼ੁਰੂ ਤੋਂ ਗੁਰੂ ਕੇ ਖਾਲਸੇ ਦੇ ਵਿੱਚ ਬਖਸ਼ਿਸ਼ਾਂ ਤੇ ਬਰਕਤਾਂ ਨੇ, ਕੋਈ ਇਹ ਅੱਜ ਦਾ ਨਹੀਂ ਹੈ। ਇਹ ਸ਼ੁਰੂ ਤੋਂ ਜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਿੱਖੀ ਕਮਾਉਣ ਵਾਲੇ ਬੇਅੰਤ ਸਿੱਖ ਕਰਤਾਰਪੁਰ ਦੀ ਧਰਤੀ ਤੇ ਆਏ, ਉਹ ਵੀ ਤੇ ਤੁਸੀਂ ਜਾਣ ਕੇ ਹੈਰਾਨ ਹੋਵੋਗੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ 11 ਭੱਟਾਂ ਦੀ ਬਾਣੀ ਹੈ। 11 ਭੱਟਾਂ ਵਿੱਚੋਂ 2 ਭੱਟ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੰਗ ਵਿੱਚ ਸ਼ਹੀਦ ਹੋਏ ਨੇ। 2 ਭੱਟਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਜੰਗਾਂ ਲੜੀਆਂ ਨੇ ਤੇ ਜੰਗ ਵਿੱਚ ਸ਼ਹੀਦ ਹੋਏ ਨੇ ਭੱਟ। ਇਹਨਾਂ ਦਾ ਜ਼ਿਕਰ ਅੱਗੇ ਪੜਾਂਗੇ ਕਿ ਇਕੱਲੇ ਬਾਣੀਕਾਰ ਨਹੀਂ, ਮਾਲਾ ਫੜਨ ਵਾਲੇ ਨਹੀਂ ਹੈਗੇ। ਜੇ ਕੋਈ ਵਧੀਕੀ ਤੇ ਧੱਕਾ ਕਰਕੇ ਆਉਂਦਾ, ਉਹਨਾਂ ਭੱਟਾਂ ਨੇ ਫਿਰ ਗੁਰੂ ਹਰਗੋਬਿੰਦ ਸਾਹਿਬ, ਫਿਰ ਉਹਨਾਂ ਭੱਟਾਂ ਦੀ ਅੱਗੇ ਕੁੱਲ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸਿੱਖੀ ਕਮਾਈ ਹੈ। ਇਹ ਲੜੀ ਕੋਈ ਖਤਮ ਨਹੀਂ ਹੋ ਗਈ ਇੱਥੇ 11 ਭੱਟਾਂ ਦੀ। ਜੇ ਗੁਰੂ ਦੀ ਉਸਤਤ ਕੀਤੀ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਕੱਲੇ ਬਾਣੀ ਉਚਾਰਨ ਵਾਲੇ ਨਹੀਂ ਹੈ, ਇਹ ਤਤ ਤੇ ਸੱਚ ਦੀ ਗੱਲ ਦੇ ਉੱਤੇ ਪਹਿਰਾ ਦੇਣ ਵਾਲੇ ਵੀ ਨੇ ਗੁਰੂ ਕੇ ਸਿੱਖ। ਇਸ ਬਾਬਤ ਵੀ ਕਿਹੜੇ ਕਿਹੜੇ ਭੱਟਾਂ ਦਾ ਜ਼ਿਕਰ ਹੈ, ਕਿਹੜੇ ਕਿਹੜਿਆਂ ਨੇ ਸ਼ਹਾਦਤ ਦਿੱਤੀ, ਇਸ ਬਾਬਤ ਵੀ ਜ਼ਿਕਰ ਕਰਾਂਗੇ। ਕੱਲੇ ਇਹ ਨਹੀਂ, ਸਤਿਗੁਰੂ ਗੁਰੂ ਨਾਨਕ ਸਾਹਿਬ ਬਾਬਤ ਖੜਗ ਜ਼ੋਰ ਪਰਾਕਿਓ ਪੀਵ ਜੀਵਦਾ। ਜੇ ਜ਼ਿਕਰ ਕੀਤਾ ਕਿ ਸੱਤਾ ਤੇ ਬਲਵੰਡ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਬਾਬਤ ਖੜਗ ਜ਼ੋਰ ਪਰਾਕਿਓ, ਕਿ ਗੁਰੂ ਨਾਨਕ ਸਾਹਿਬ ਕੋਲ ਗੁਰੂ ਦੇ ਸ਼ਬਦ ਦੀ ਖੜਗ ਸੀ। ਜੇ ਉਹ ਖੜਗ ਚਲਦੀ ਸੀ ਤੇ ਫਿਰ ਇੱਥੇ ਮਿਰਗਾਂ ਦੀਆਂ ਡਾਰਾਂ ਨੂੰ ਥਾਂ ਨਹੀਂ ਮਿਲਦੀ ਸੀ। ਸ਼ਬਦ ਦੀ ਤਾਕਤ ਸੀ, ਕਲਾ ਸੀ। ਇਹ ਇਬਾਦਤ ਕੋਈ ਐਵੇਂ ਨਹੀਂ, ਇਹ ਇਬਾਦਤ ਹੈ ਧਨ ਜੀਓ ਤੇ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੈ। ਸੋ ਇਹ ਸਾਰੀ ਬਖਸ਼ਿਸ਼ਾਂ ਅੱਜ ਜਿਹੜੀਆਂ ਅਸੀਂ ਵਿਚਾਰੀਆਂ ਨੇ, ਕੱਲ ਨੂੰ ਜਿਹੜਾ ਸਾਹਿਬਜ਼ਾਦਿਆਂ ਦੀ ਫਿਲਮ ਲਗਾਉਣੀ ਹੈ ਉਹ ਲੱਗੇਗੀ ਜੀ। ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 4 ਸਾਹਿਬਜ਼ਾਦਿਆਂ ਦਾ ਫਿਰ ਅਸੀਂ ਪੰਦੜਵਾਲਾ ਵੀ ਬਣਾਉਣਾ ਹੈ 24 ਤਰੀਕ ਦਾ। ਆਪ ਸੰਗਤਾਂ ਨੂੰ ਇਹ ਦੱਸਿਆ ਗਿਆ
ਕਿ ਜਿਸ ਤਰ੍ਹਾਂ ਅਸੀਂ ਪਿਛਲੇ ਸਾਲ ਖੁੱਲੇ ਪੰਡਾਲਾਂ ਦੇ ਵਿੱਚ ਸਮਾਗਮ ਕੀਤਾ ਸੀ ਰਾਤ ਨੂੰ, 24 ਤਰੀਕ ਅਸੀਂ ਨੀਅਤ ਕੀਤੀ ਹੈ, 24 ਤਰੀਕ ਅਸੀਂ ਬੱਚਿਆਂ ਵਾਸਤੇ, ਵੱਡਿਆਂ ਵਾਸਤੇ, ਸਾਰਿਆਂ ਵਾਸਤੇ ਖੁੱਲਾ ਸੱਦਾ ਹੈ ਕਿ 24 ਤਰੀਕ ਅਸੀਂ ਵੀ ਬਾਹਰ ਬੈਠ ਕੇ ਖੁੱਲੇ ਥਾਂ ਤੇ ਥੋੜਾ ਚਿਰ, ਇੱਕ ਅੱਧਾ ਘੰਟਾ 2 ਘੰਟੇ ਜਿੰਨਾ ਕੁ ਤੁਸੀਂ ਬੈਠ ਸਕੋ, ਕਿਉਂਕਿ ਜਦ ਕੁਝ ਮੇਨ ਸਟ੍ਰੀਮ ਤੋਂ ਹਟ ਕੇ ਕਰੀਏ ਤੇ ਬੱਚੇ ਆਉਂਦੇ ਨੇ। ਸੋ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਸਤੇ ਜੁੜਨ ਵਾਸਤੇ, ਕਿਉਂਕਿ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਬਹੁਤ ਲਾਸਾਨੀ ਨੇ। ਪਿਛਲੇ ਦਿਨੀ ਜ਼ੋਰਾਵਰ ਸਿੰਘ ਹੋਰਾਂ ਦਾ ਅਸੀਂ ਜਨਮ ਦਿਨ ਜਿਹੜਾ ਪਰਸੋਂ ਸੀਗਾ, ਉਹ ਕਮਾਲ ਦੀ ਸ਼ਖਸੀਅਤ ਹੈ ਕਿ 9 ਸਾਲ ਦੀ ਉਮਰ ਹੈ ਤੇ ਜਜ਼ਬਾ ਕੈਸਾ, ਸੱਚ ਦੇ ਮਾਰਗ ਤੇ ਕੋਈ ਡੁਲਾ ਨਾ ਸਕੇ, ਕੋਈ ਹਿਲਾ ਨਾ ਸਕੇ, ਕੋਈ ਲਾਲਚ ਹੀ ਨਾ ਦੇ ਸਕੇ, ਸੱਚ ਦੇ ਵਿੱਚ ਇੰਨੀ ਦ੍ਰਿੜਤਾ। ਔਰ ਉਹ ਦ੍ਰਿੜਤਾ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਦੀ ਹੈ, ਕਿਉਂਕਿ ਇਸ ਗੱਲ ਨੂੰ ਯਾਦ ਰੱਖਿਓ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ 7 ਸਾਲ ਦੀ ਉਮਰ ਤੱਕ ਆਪਣੀ ਦਾਦੀ ਮਾਤਾ ਗੰਗਾ ਜੀ ਦੀ ਗੋਦ ਵਿੱਚ, ਭਾਵ ਸਾਖੀਆਂ ਸੁਣਦੇ ਰਹੇ ਗੁਰੂ ਅਰਜਨ ਸਾਹਿਬ ਜੀ। ਮਾਤਾ ਗੰਗਾ ਗੁਰੂ ਤੇਗ ਬਹਾਦਰ ਸਾਹਿਬ ਦੇ ਦਾਦੀ ਜੀ ਨੇ। ਔਰ ਤੁਸੀਂ ਪੁਰਾਤਨ ਇਤਿਹਾਸ ਪੜ੍ਹੋ ਤੇ ਇਹ ਸਾਖੀਆਂ ਵੀ ਮਿਲਦੀਆਂ ਨੇ। ਮਾਤਾ ਗੰਗਾ ਨੇ ਗੁਰੂ ਅਰਜਨ ਸਾਹਿਬ ਜੀ ਦੇ ਸ਼ਹਾਦਤ ਕੀ ਸ਼ੁਰੂ ਤੋਂ ਲੈ ਕੇ ਬਾਣੀ ਕਿਸ ਤਰ੍ਹਾਂ ਉਚਾਰੀ, ਕਿਸ ਤਰ੍ਹਾਂ ਸਿੱਖੀ ਕਮਾਈ, ਇੱਥੋਂ ਤੱਕ ਪ੍ਰਿਥੀ ਚੰਦ ਉਹਦੀ ਵਹੁਟੀ ਗੁਰੂ ਅਰਜਨ ਸਾਹਿਬ ਦੇ ਸਿਰ ਤੇ ਕੂੜਾ ਵੀ ਸੁੱਟਦੇ ਰਹੇ। ਕਿੱਡੀ ਸਬਰ ਦੀ ਮੂਰਤ ਹੋਣਗੀ। ਸੁਲਹੀ ਖਾਂ ਚੜ ਕੇ ਆਇਆ, ਸੁਲਭੀ ਖਾਂ ਚੜ ਕੇ ਆਇਆ। ਗੁਰੂ ਸਾਹਿਬ ਨੇ ਸਦਾ ਹੀ ਇਹ ਸਿਖਾਇਆ, ਲੈਟ ਗੋ, ਲੈਟ ਗੋ, ਸਭ ਕੁਝ ਭੁੱਲ ਜਾਓ, ਸਭ ਕੁਝ, ਕਿਸੇ ਚੀਜ਼ ਦਾ ਬੋਝ ਨਾ ਲਓ, ਸਭ ਨੂੰ ਮਾਫ ਕਰੋ, ਕਿਉਂਕਿ ਮੈਂ ਸਭ ਕੇ ਛੋੜ ਪ੍ਰਭ ਤੂੰ ਹੀ ਤੇ ਆਇਆ। ਤੇ ਗ੍ਰਿਸ਼ਤ ਕਮਾਉਣ ਦੀ ਵੀ ਜੁਗਤ, ਹੁਣ ਘਰ ਦੇ ਵਿੱਚ ਕੋਈ ਘੱਟ ਥੋੜੀ ਸੀ, ਰੌਲਾ ਰੱਪਾ ਇੰਨਾ ਸੀ, ਤਾਂ ਵੀ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਇਹੀ ਸਿਖਾਇਆ ਕਿ ਨਹੀਂ, ਕਿਸੇ ਦੀ ਗੱਲ ਮਨ 'ਚ ਨਹੀਂ ਰੱਖਣੀ, ਬਿਲਕੁਲ ਸਭ ਨੂੰ ਮਾਫੀ ਕਰ ਦੇਣੀ, ਸਭ ਨੂੰ ਖਿਮਾ। ਜੇ ਗੱਲ 'ਚ, ਦਿਲ 'ਚ ਗੱਲ ਰੱਖਾਂਗੇ, ਆਪ ਵੀ ਦੁਖੀ ਹੋਵਾਂਗੇ ਤੇ ਆਲੇ ਦੁਆਲੇ ਵੀ ਸੁੱਖ ਨਹੀਂ ਅਸੀਂ ਵੰਡਾ ਸਕਦੇ। ਇਹੀ ਗੱਲਾਂ ਜਦ ਗੁਰੂ ਤੇਗ ਬਹਾਦਰ ਸਾਹਿਬ ਤੱਕ ਪਹੁੰਚੀਆਂ ਸਨ, ਗੁਰੂ ਤੇਗ ਬਹਾਦਰ ਸਾਹਿਬ ਦੀਆਂ ਬਚਪਨ ਦੀਆਂ ਸੁਣੀਆਂ ਹੋਈਆਂ ਸਾਖੀਆਂ ਜਦ ਮਾਤ ਗੁਜਰੀ ਤੋਂ ਸਾਹਿਬਜ਼ਾਦਿਆਂ ਤੱਕ ਪਹੁੰਚੀਆਂ, ਉਹ ਦੋਨੋਂ ਸ਼ਹਾਦਤਾਂ ਦਾ ਅਸਰ ਸਾਹਿਬਜ਼ਾਦਿਆਂ ਦੇ ਅੰਦਰ ਗਿਆ ਸੀ। ਉਹ ਸ਼ਹਾਦਤ ਭਾਵੇਂ ਫੁੱਲ ਇਸ ਦੇ, ਕਿਉਂਕਿ ਗੁਰੂ ਅਰਜਨ ਸਾਹਿਬ ਜੀ ਦੇ ਬਾਬਤ ਬੜੀ ਸੋਹਣੀ ਕਵਿਤਾ ਹੈ ਕਿ ਕੁਝ ਹੀ ਸਮੇਂ ਦੇ ਵਿੱਚ ਫੁੱਲ ਇਸ ਦੇ ਖਿਲਰ ਜਾਸਨ ਕੁਲ ਸੰਸਾਰ ਅੰਦਰ। ਜਦ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਨੇ, ਕੋਈ ਚਾਂਦਨੀ ਚੌਂਕ ਨੂੰ ਭਾਗਲਾ ਸੀ ਚੜ ਕੇ ਦੇਸ਼ ਕੌਮ ਦੇ ਪਿਆਰ ਅੰਦਰ। ਕਹਿੰਦੇ ਕੋਈ ਦੋ, ਕਹਿੰਦੇ ਰਣ ਤੱਤੇ ਵਿੱਚ ਹੋਣਗੇ ਸ਼ਹੀਦ, ਕਿਉਂਕਿ ਚਮਕੌਰ ਦੀ ਜਿਹੜੀ ਜੰਗ ਹੋਈ ਉਹਦਾ ਜ਼ਿਕਰ ਕੀਤਾ। ਕਹਿੰਦੇ ਸਰੇ ਆਮ ਦੋਨਾਂ ਨੂੰ, ਕਹਿੰਦੇ ਰਣ ਤੱਤਿਆਂ ਵਿੱਚ ਸ਼ਹੀਦ ਕੀਤਾ ਜਾਏਗਾ ਤੇ 2 ਅੱਧ ਖਿੜਿਆਂ ਨੂੰ ਚਿਣ ਦੇਗਾ ਕੋਈ ਸਰਹੰਦ ਦੀ ਨੀਂਹ ਦੀਵਾਰ ਅੰਦਰ। ਇਹ ਸਾਰੀ ਸ਼ਹਾਦਤਾਂ ਦੀ, ਲਾਸਾਨੀ ਸ਼ਹਾਦਤਾਂ ਦੀ ਇਹ ਸਾਰੀ ਲੜੀ ਤੁਰੀ ਹੈ, ਪਰ ਇਸ ਲੜੀ ਦਾ ਬੀਜ ਜਿਹੜਾ ਰੱਖਿਆ ਹੈ ਉਹ ਗੁਰੂ ਅਰਜਨ ਸਾਹਿਬ ਨੇ ਰੱਖਿਆ। ਸੋ ਇਹ ਨਾ ਕਹੀਏ ਕਿ ਗੁਰੂ ਦੀਆਂ ਬਾਤਾਂ ਕਿੱਥੇ ਤੱਕ ਪਹੁੰਚੀਆਂ। ਗੁਰੂ ਅਰਜਨ ਸਾਹਿਬ ਜੀ ਤੋਂ ਦੀਆਂ ਬਾਤਾਂ, ਗੁਰੂ ਰਾਮਦਾਸ ਦੀਆਂ ਬਾਤਾਂ ਮਾਤਾ ਗੰਗਾ ਦਾਦੀ ਜੀ ਤੋਂ, ਕਿਉਂਕਿ ਜਦ ਗੁਰੂ ਤੇਗ ਬਹਾਦਰ ਸਾਹਿਬ 8 ਸਾਲ ਦੇ ਹੋਏ ਨੇ ਤਾਂ ਮਾਤਾ ਗੰਗਾ ਜੀ ਦੀ ਭਾਵ ਪ੍ਰਭਪੁਰ ਪਿਆਨਾ ਕੀਤੇ ਨੇ, ਉਹਨਾਂ ਨੇ ਸਰੀਰ ਤਿਆਗਿਆ। ਸੋ ਇਹ ਸਾਖੀ ਸਾਰੀਆਂ ਜਿਹੜੀਆਂ ਨੇ ਇਤਿਹਾਸਕ, ਇਹ ਵੀ ਕਰਾਂਗੇ, ਸਮਾਂ ਸਮਾਪਤੀ ਵਾਲਾ ਹੈ। ਕੱਲ ਛੋਟੇ ਸਾਹਿਬਜ਼ਾਦਿਆਂ ਦੀ ਮੂਵੀ ਹੈ, ਜਿਸ ਤਰ੍ਹਾਂ ਹੁਕਮ ਹੈ ਉਸ ਤਰ੍ਹਾਂ ਹੀ ਹੋਏਗਾ। ਸਤਿਗੁਰ ਬਖਸ਼ਿਸ਼ ਕਰਨ। ਆਪ ਸਾਰਿਆਂ ਦਾ ਧੰਨਵਾਦ ਹੈ। ਹੁਣ ਸਮਾਂ ਸਮਾਪਤੀ ਵਾਲਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਸਭ ਤੋਂ ਵੱਡਾ। ਆਪ ਸੰਗਤ ਪਿਆਰ ਵਿੱਚ ਜੁੜ ਕੇ ਬੱਚਿਆਂ ਨੂੰ ਲਿਆ ਰਹੇ ਹੋ। ਹੌਲੀ ਹੌਲੀ ਇਹ ਸਾਰਾ ਇਤਿਹਾਸ ਦੀ ਲੜੀ ਚਲੇਗੀ। ਸਤਿਗੁਰ ਜੀ ਬਖਸ਼ਿਸ਼ ਕਰਨ। ਭਾਈ ਸਾਹਿਬ ਦਾ ਵੀ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਹੈ ਜੀ। ਜਿਵੇਂ ਆਪ ਜੀ ਨੂੰ ਬੇਨਤੀ ਕੀਤੀ ਹੈ, 11 ਤਰੀਕ ਨੂੰ ਅਸੀਂ ਇੱਥੇ ਇਲੈਕਟ੍ਰੋਨਿਕ ਮਸ਼ੀਨ ਲਗਾ ਰਹੇ ਹਾਂ, ਅਟੈਂਡੈਂਸ ਮਸ਼ੀਨ, ਤਾਂ ਕਿ ਬੱਚਿਆਂ ਦੀ ਅਟੈਂਡੈਂਸ ਅਸੀਂ ਪੱਕੀ ਰੱਖ ਦਈਏ ਕਿ ਜਿਹੜੇ ਬੱਚੇ ਜਿਨ੍ਹਾਂ ਨੇ ਪੱਕੇ ਆਉਣਾ, ਭਾਵੇਂ ਉਹ 15 ਮਿੰਟ ਹੀ ਆਉਣ। ਜਿਨ੍ਹਾਂ ਬੱਚਿਆਂ ਨੇ, ਤੁਸੀਂ ਇਹ ਸ਼ੁਕਰ ਮਨਾਇਓ ਕਿ 15 ਮਿੰਟ ਤੁਹਾਡੇ ਬੱਚੇ ਮੋਬਾਈਲ ਫੋਨ ਨੂੰ ਛੱਡਣਗੇ। ਬਸ ਬਾਕੀ ਗੱਲਾਂ ਦੀਆਂ ਗੱਲਾਂ ਛੱਡ ਦਿਓ। ਸਾਡੇ ਕੋਲ ਐਕਸਕਿਊਜ਼ ਬਹੁਤ ਨੇ, ਬੱਚੇ ਪੜ੍ਹਦੇ ਨੇ, ਐਡੂਕੇਸ਼ਨ ਹੈ। ਘੱਟੋ ਘੱਟ ਇਹ ਸ਼ੁਕਰ ਮਨਾਇਓ ਕਿ 15 ਮਿੰਟ ਬੱਚੇ ਮੋਬਾਈਲ ਦਾ ਖਹਿੜਾ ਛੱਡਣਗੇ। ਸਿਰਫ ਇਹ ਗੱਲ, ਕਿਉਂਕਿ ਮੋਬਾਈਲ ਨਹੀਂ ਛੱਡਦਾ ਬੱਚਿਆਂ ਨੂੰ। ਆ 15-20 ਮਿੰਟ ਬੱਚੇ ਮੋਬਾਈਲ ਛੱਡ ਕੇ ਜੇ ਇੱਥੇ ਅਟੈਂਡੈਂਸ ਦੇ ਦੇਣਗੇ ਨਾ, ਫਿਰ ਬਹੁਤ ਕੁਝ ਸਬਰੇਗਾ ਬੱਚਿਆਂ ਦਾ, ਪਰਿਵਾਰਾਂ ਦਾ। ਸੋ ਉਹ 11 ਤਰੀਕ ਕੱਲ ਨੂੰ ਆਪ ਸੰਗਤਾਂ ਦੇ ਨਾਲ ਉਹ ਮੋਬਾਈਲ ਫੋਨ ਨੰਬਰ WhatsApp ਸ਼ੇਅਰ ਕਰ ਦਿੱਤਾ ਜਾਏਗਾ। ਉਹਦੇ ਵਿੱਚ ਤੁਸੀਂ ਆਪਣੇ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਨੀ ਹੈ। ਉਸ ਮੋਬਾਈਲ ਨੰਬਰ ਤੇ ਤੁਸੀਂ ਮੈਸੇਜ ਭੇਜ ਕੇ, ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਚਲੋ 10 ਬੱਚੇ ਆਉਣ, 20 ਬੱਚੇ ਆਉਣ, 30 ਆਉਣ, ਜਿੰਨੇ ਵੀ ਆਉਣ, ਸ਼ੁਰੂਆਤ ਕਰੀਏ ਨਿੱਕੇ ਬੱਚਿਆਂ ਤੋਂ ਆ ਕੇ। ਫਿਰ ਉਹਨਾਂ ਨੂੰ ਅਸੀਂ ਇੱਥੇ ਹੀ ਜਿਹੜੇ ਵੋਲੰਟੀਅਰਸ ਨੇ
किसी ਨੂੰ ਕੋਈ ਸੇਵਾ ਵਿੱਚ ਲਾਏਗਾ, ਕੋਈ ਕਿਸੇ ਨੂੰ, ਕੋਈ ਕਿਸੇ ਨੇ ਅੰਦਰ ਬਹਿਣਾ ਅੰਦਰ ਬੈਠੇ, ਕੋਈ ਬਾਹਰ ਸੇਵਾ, ਕੋਈ ਜੋੜਿਆਂ ਦੀ ਸੇਵਾ, ਹੋਰ ਜਿਹੜੀਆਂ ਸੇਵਾਵਾਂ ਬੱਚਿਆਂ ਤੋਂ ਕਰਾਈਆਂ ਜਾਣਗੀਆਂ ਜੀ। ਧੰਨਵਾਦ ਹੈ ਜੀ। ਫਤਿਹ ਬੁਲਾਓ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।